ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ। ਤੇ ਜਿਵੇਂ ਕਿ ਤੁਸੀਂ ਅਗਰ ਵਿਦੇਸ਼ ਜਾਣਾ ਚਾਹੁੰਦੇ ਹੋ, ਚਾਹੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਸਪਾਊਸ ਕੇਸ ਵੀਜ਼ਾ ਲਗਵਾ ਕੇ ਜਾਣਾ ਚਾਹੁੰਦੇ ਹੋ, ਪਰ ਅਗਰ ਕਿਤੇ ਨਾ ਕਿਤੇ ਕੁਝ ਗੱਲਾਂ ਸਮਝ ਨਹੀਂ ਆ ਰਹੀਆਂ, ਲੱਗਦਾ ਹੈ ਕਿ ਹਲੇ ਵੀ ਜੋ ਸਾਡਾ ਰਸਤਾ ਕਲੀਅਰ नहीं हो पा रहा, किवें ਅਸੀਂ सही तरीके नाल अप्लाई करिए। स्पाउस वीज़ा बार बार लगाया लेकिन जो है गल नहीं बन रही है, या रिफ्यूज़ल लग गया, आस्ट्रेलिया कैनेडा यूके लिए अप्लाई कर रहे हो लेकिन गल नहीं बन पा रही है, किवें उत्थे तक पहुँचना है, ये सब गल्लां दा अज निचोड़ इस प्रोग्राम दे विच कड्डांगे जी। तो इसलिए ये प्रोग्राम पूरा एंड तक तुसीं जरूर वेखना, क्योंकि बहुत खास गल्लां दे उपर असीं अज डिस्कशन करन वाले हां जी। तो अज दी डिस्कशन दे लई साडे नाल स्टूडियो विच मौजूद हां जी ईजी वे इमीग्रेशन कंसलटेंसी तो वीज़ा स्टडी वीज़ा एक्सपर्ट मिस्टर गुरतेज संधू जी, बहुत बहुत स्वागत है सर। सत श्री अकाल। सत श्री अकाल जी सारिਆਂ ਨੂੰ जी। सब तो पहला जी देखो, आप हमेशा डिस्कस करते हैं कि स्टूडेंट्स किवें अप्लाई करन आस्ट्रेलिया ਲਈ, कैनेडा ਲਈ, यूके ਦੇ ਲਈ, पर एक होर बहुत फैक्टर है, बहुत सारी क्वेरीज जिस ਨੂੰ ਲੈ ਕੇ ਆਉਂਦੀਆਂ ਉਹ ਹਮੇਸ਼ਾ ਰਹਿੰਦੀਆਂ ਜੀ। ਅਸੀਂ ਸਪਾਊਸ ਵੀਜ਼ਾ ਲਈ ਅਪਲਾਈ ਕਰ ਰਹੇ ਹਾਂ ਲੇਕਿਨ ਗੱਲ ਨਹੀਂ ਬਣ ਰਹੀ, ਰਿਫਿਊਜ਼ਲ ਜੋ ਹੈ ਲੱਗ ਜਾਂਦਾ ਹੈ। ਕੈਨੇਡਾ ਲਈ ਵੀ ਅਪਲਾਈ ਕਰਕੇ ਦੇਖਦੇ, ਆਸਟ੍ਰੇਲੀਆ ਲਈ ਕਰਦੇ, ਪਰ ਸਪਾਊਸ ਵੀਜ਼ਾ ਬਹੁਤ ਕਿਤੇ ਨਾ ਕਿਤੇ ਮੁਸ਼ਕਿਲ ਰਹਿ ਜਾਂਦਾ ਹੈ। ਹਾਂਜੀ, ਤਾਂ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਸਪਾਊਸ ਵੀਜ਼ਾ ਲਈ, ਤਾਂ ਇਹਨਾਂ 'ਚੋਂ ਹਟ ਕੇ ਯੂਰਪ ਦੇ ਵਿੱਚ ਕੀ ਆਪਸ਼ਨ ਹੈ ਜੋ ਬੈਸਟ ਆਪਸ਼ਨ ਆਪਾਂ ਜਿਨ੍ਹਾਂ ਨੂੰ ਮੰਨ ਸਕੀਏ, ਜਿੱਥੇ ਸਿਕਿਉਰ ਵੀ ਆਪਣੇ ਆਪ ਨੂੰ ਮੰਨ ਸਕਣ ਕਿ ਅਪਲਾਈ ਕਰ ਰਹੇ ਹਾਂ ਤਾਂ ਲੱਗੇ ਕਿ ਸਕਸੈਸ ਰੇਟ ਇੱਥੇ ਜ਼ਿਆਦਾ ਹੈ ਤੇ ਫਾਇਦਾ ਜ਼ਰੂਰ ਮਿਲੇਗਾ ਇੱਥੇ। ਬਿਲਕੁਲ ਜੀ। ਦੇਖੋ, ਯੂਰਪ ਇੱਕ ਇੱਦਾਂ ਦੀ ਜਗ੍ਹਾ ਹੈ ਜਿੱਥੇ ਕਾਫੀ ਵਧੀਆ ਕੰਟਰੀਜ਼ ਹੈਗੀਆਂ ਨੇ। ਮੈਂ ਆਸਟਰੀਆ ਹੈ, ਤੁਸੀਂ ਸਪੇਨ ਹੈ, ਤੁਸੀਂ ਅਗਰ ਗੱਲ ਕਰਦੇ ਹੋ ਚੈਕ ਰਿਪਬਲਿਕ ਹੈ, ਸਵੀਡਨ ਹੈ, ਤਾਂ ਇਸ ਤਰ੍ਹਾਂ ਬਹੁਤ ਸਾਰੀਆਂ, ਜਰਮਨੀ ਹੈ, ਇਹ ਸਾਰੀ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਜਿੱਥੇ ਬਹੁਤ ਸਾਰੇ ਸਾਡੇ ਜਿਹੜੇ ਆ ਲੋਕ ਵਸੇ ਹੋਏ ਨੇ। ਬਹੁਤ ਸਾਰੇ ਇੰਡੀਅਨ ਜਿਹੜੇ ਨੇ ਉੱਥੇ ਗਏ ਹੋਏ ਨੇ। ਮੈਂ ਖੁਦ ਵਿਜ਼ਿਟ ਕੀਤਾ ਹੈ ਕਾਫੀ ਕੰਟਰੀ ਯੂਰਪ ਦੇ ਵਿੱਚ, ਤਾਂ ਬਹੁਤ ਹੀ ਸੈਟਲਡ ਜਿਹੜੇ ਨੇ ਉਹ ਲੋਕ ਮੈਨੂੰ ਉੱਥੇ ਮਿਲੇ ਨੇ ਕਿ ਉਹ ਬੜੇ ਅੱਛੇ ਉਹਨਾਂ ਨੇ ਕਾਰੋਬਾਰ ਚਲਾਏ ਹੋਏ ਨੇ। ਕਿਸੇ ਨੇ ਰੈਸਟੋਰੈਂਟ ਚਲਾਇਆ ਹੋਇਆ ਹੈ, ਕਿਸੇ ਨੇ ਕੋਈ ਕੰਮ ਕਰਦਾ ਹੈ। ਤਾਂ ਇਹ ਜਿਹੜੀਆਂ ਸਭ ਚੀਜ਼ਾਂ ਹੈਗੀਆਂ ਨੇ, ਇਹ ਇੱਕ ਵਧੀਆ ਸਕਸੈਸਫੁਲ ਜਿਹੜੀ ਲਾਈਫ ਨੂੰ ਜਿਹੜਿਆ ਹੈ ਉਹਦੇ ਵੱਲ ਜਾਂਦੀਆਂ ਨੇ। ਤਾਂ ਮੈਂ ਗੱਲ ਕਰਾਂਗਾ ਕਿ ਜਿਹੜੇ ਸਟੂਡੈਂਟਸ ਜਿਹੜੇ ਨੇ, ਦੇਖੋ ਅਪਲਾਈ ਤਾਂ ਕੋਈ ਵੀ ਸਟੂਡੈਂਟ ਕਿਸੇ ਵੀ ਕੰਟਰੀ ਕਰ ਸਕਦਾ ਯੂਰਪ ਦੇ ਵਿੱਚ, ਔਰ ਵੀਜ਼ਾ ਵੀ ਮਿਲ ਜਾਂਦਾ ਹੈ। ਅਗਰ ਤੁਹਾਡੀ ਇੰਗਲਿਸ਼ ਅੱਛੀ ਹੈ, ਅਗਰ ਤੁਹਾਡੇ ਬੈਂਡ ਅੱਛੇ ਨੇ, ਤਾਂ ਤੁਸੀਂ ਕਿਸੇ ਵੀ ਕੰਟਰੀ 'ਚ ਵੀਜ਼ਾ ਲੈ ਸਕਦੇ ਹੋ। ਬਟ ਸਪੈਸ਼ਲੀ ਅਗਰ ਮੈਂ ਸਪਾਊਸ ਦੀ ਗੱਲ ਕਰਾਂ, ਯੂਰਪ ਦੇ ਵਿੱਚ ਇੱਕ ਬਹੁਤ ਵੱਡੀ ਦਿੱਕਤ ਰਹਿੰਦੀ ਹੈ ਕਿ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਸਪਾਊਸ ਵੀਜ਼ਾ ਦੇ ਨਾਲ ਜਿਹੜਾ ਤੁਹਾਨੂੰ ਵੀਜ਼ਾ ਨਹੀਂ ਮਿਲਦਾ, ਜਾਂ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਫਟਰ 3 ਮੰਥ ਜਾਂ 4 ਮੰਥ ਬਾਅਦ ਅਪਲਾਈ ਕਰੋਗੇ, ਔਰ ਉਹਦੇ ਵਿੱਚ ਵੀ ਜਿਹੜੀ ਸਕਸੈਸ ਰੇਸ਼ੋ ਅੱਛੀ ਨਹੀਂ ਹੈ। ਅਗਰ ਤੁਸੀਂ ਗੱਲ ਕਰੋ ਕਿ ਤੁਹਾਡੀ ਵਾਈਫ ਜਰਮਨੀ ਚਲੀ ਗਈ ਜਾਂ ਤੁਸੀਂ ਪੋਲੈਂਡ ਚਲੇ ਗਏ ਜਾਂ ਕਿਤੇ ਵੀ ਚਲੇ ਗਏ ਐਂਡ ਆਫਟਰ 5-6 ਮੰਥ ਬਾਅਦ ਵੀ ਤੁਸੀਂ ਅਗਰ ਉਹਨੂੰ ਬੁਲਾਉਂਦੇ ਹੋ ਤਾਂ ਵੀਜ਼ਾ ਦੇ ਚਾਂਸਸ ਬਹੁਤ ਘੱਟ ਰਹਿੰਦੇ ਨੇ। ਤਾਂ ਯੂਰਪ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਇੱਕ ਇੱਦਾਂ ਦੀ ਵੀ ਕੰਟਰੀ ਹੈਗੀ ਹੈ ਜਿੱਥੇ ਤੁਸੀਂ ਆਪਣੇ ਸਪਾਊਸ ਦੇ ਨਾਲ, ਈਵਨ ਆਪਣੇ ਬੱਚੇ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ, ਔਰ ਤੁਹਾਨੂੰ ਵੀਜ਼ਾ ਦੀ ਸ਼ੋਰਟੀ ਬਹੁਤ ਵਧੀਆ ਰਹਿੰਦੀ ਹੈ। ਇਹ ਕੰਟਰੀ ਹੈਗੀ ਹੈ ਜੀ ਸਵੀਡਨ। ਅਗਰ ਤੁਸੀਂ ਸਵੀਡਨ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਸਵੀਡਨ ਦੇ ਵਿੱਚ ਤੁਸੀਂ ਜਿਹੜਾ ਹੈ ਆਪਣਾ ਸਪਾਊਸ ਵੀਜ਼ਾ ਜਿਹੜਾ ਹੈ ਉਹ ਲੈ ਸਕਦੇ ਹੋ। ਇਹ ਸਵੀਡਨ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਵੀਡਨ ਇੱਕ ਬਹੁਤ ਹੀ ਵਧੀਆ ਕੰਟਰੀ ਹੈ। ਤੁਸੀਂ ਸਵੀਡਨ ਦੇ ਬਾਰੇ ਪੜ੍ਹੋਗੇ ਤਾਂ ਇਹ ਬਹੁਤ ਰਿਚ ਕੰਟਰੀ ਹੈ ਜਿਸ ਤੁਹਾਨੂੰ ਤੁਸੀਂ ਬਹੁਤ ਅੱਛਾ ਪੈਸਾ ਕਮਾ ਸਕਦੇ ਹੋ, ਕਿਉਂਕਿ ਸਾਨੂੰ ਜੋ ਯੂਨੀਵਰਸਿਟੀ ਨੇ ਗਾਈਡੈਂਸ ਦਿੱਤੀਆਂ ਉਹਦੇ ਹਿਸਾਬ ਨਾਲ ਤਾਂ ਤੁਸੀਂ ਜਿਹੜਾ ਹੈ ਪੜ੍ਹਦੇ ਵੀ ਅਗਰ ਜਿਹੜਾ ਸਟੂਡੈਂਟ ਪੜ੍ਹਦਾ ਹੈ ਤਾਂ ਉਹ 1 ਲੱਖ ਪਲੱਸ ਜਿਹੜਾ ਹੈ ਉੱਥੇ ਅਰਨ ਕਰ ਸਕਦਾ ਹੈ, ਔਰ ਉਹਦਾ ਜਿਹੜਾ ਸਪਾਊਸ ਆ ਫੁੱਲ ਟਾਈਮ ਵਰਕ ਅਲਾਉਡ ਹੁੰਦਾ ਹੈ, ਔਰ ਉਹ ਸਪਾਊਸ ਵੀ ਬਹੁਤ ਅੱਛਾ ਪੈਸਾ ਬਣਾ ਸਕਦਾ ਹੈ। ਬਟ ਸਾਨੂੰ ਜਿਹੜਾ ਮੇਨ ਸਟੂਡੈਂਟ ਜਾਂ ਮੇਨ ਐਪਲੀਕੈਂਟ ਹੈ, ਅਗਰ ਉਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਔਰ ਮਾਸਟਰ ਲਈ ਜਾ ਰਿਹਾ, ਇਹ ਜ਼ਰੂਰੀ ਹੈ ਕਿ ਉਹ 2 ਈਅਰ MBA ਕੋਰਸ ਲਈ ਜਾਂ 2 ਈਅਰ ਕਿਸੇ ਵੀ ਮਾਸਟਰ ਕੋਰਸ ਲਈ ਅਪਲਾਈ ਕਰਦਾ ਹੋਣਾ ਚਾਹੀਦਾ ਹੈ। ਔਰ ਉਹਦੇ ਓਵਰਆਲ 6 ਬੈਂਡ, ਅਗਰ ਬੈਂਡ ਨਹੀਂ ਹੈਗੇ ਤਾਂ ਉਹਦੀ ਇੰਗਲਿਸ਼ ਕਮਿਊਨੀਕੇਸ਼ਨ ਬਹੁਤ ਅੱਛੀ ਹੋਣੀ ਚਾਹੀਦੀ ਹੈ ਜਦੋਂ ਬੱਚਾ ਅਪਲਾਈ ਕਰੇਗਾ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੈਗੇ ਨੇ ਜਿਨ੍ਹਾਂ ਨੇ ਸਪਾਊਸ ਅਪਲਾਈ ਕੀਤਾ ਸੀ, ਆਸਟ੍ਰੇਲੀਆ 'ਚ ਰਿਫਿਊਜ਼ ਹੋ ਗਏ, ਓਵਰਆਲ 6 ਬੈਂਡ ਨੇ। ਬਹੁਤ ਸਾਰੇ ਬੱਚੇ ਨੇ ਜਿਵੇਂ ਕੈਨੇਡਾ ਅਪਲਾਈ ਕੀਤਾ ਸੀ ਜਾਂ ਕਿਤੇ ਹੋਰ ਕੀਤਾ ਸੀ, ਪਰ ਉਹਨਾਂ ਦਾ ਸਪਾਊਸ ਵੀਜ਼ਾ ਜਿਹੜਾ ਹੈ ਰਿਫਿਊਜ਼ ਹੋ ਗਿਆ। ਤਾਂ ਉਹ ਸਟੂਡੈਂਟ ਜਿਹੜੇ ਹੈਗੇ ਨੇ ਸਵੀਡਨ 'ਚ ਅਪਲਾਈ ਕਰ ਸਕਦੇ ਨੇ, ਪਰ ਸਵੀਡਨ ਦੀ ਜਿਹੜੀ ਡੈਡਲਾਈਨ ਆ ਉਹ ਬਹੁਤ ਹੀ ਜਲਦੀ ਆਉਣ ਵਾਲੀ ਹੈ, ਕਿਉਂਕਿ ਇਹਦਾ ਥੋੜ੍ਹਾ ਐਡਮਿਸ਼ਨ ਪ੍ਰੋਸੈਸ ਲੈਂਥੀ ਹੈਗਾ। ਤੁਸੀਂ 15 ਜਨਵਰੀ ਤੋਂ ਪਹਿਲਾਂ ਜਿਹੜੀ ਹੈ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੋ, ਔਰ
ਉਹ ਤੁਹਾਨੂੰ ਜਿਹੜਾ ਹੈ ਅੱਗੇ ਜਿਹੜਾ ਅਪ੍ਰੈਲ ਇਨਟੇਕ ਹੈਗਾ ਉਹਦੇ ਲਈ ਤੁਹਾਨੂੰ ਅਪ੍ਰੈਲ ਤੋਂ ਪਹਿਲਾਂ ਫਾਈਨਲ ਤੁਹਾਡਾ ਸਭ ਚੀਜ਼ਾਂ ਹੋ ਜਾਣਗੀਆਂ ਔਰ ਤੁਸੀਂ ਅਪਲਾਈ ਕਰਕੇ ਜਾ ਪਾਓਗੇ। ਔਰ ਉੱਥੇ ਅਗਰ ਤੁਸੀਂ 2 ਵਾਰੀ ਵਰਕ ਪਰਮਿਟ ਲੈ ਲੈਂਦੇ ਹੋ, ਇਟ ਮੀਨਸ ਕਿ ਤੁਸੀਂ ਫਸਟ ਟਾਈਮ ਵਰਕ ਪਰਮਿਟ ਲੈ ਲਿਆ, ਉਸ ਤੋਂ ਬਾਅਦ ਸੈਕੰਡ ਟਾਈਮ ਫਿਰ ਵਰਕ ਪਰਮਿਟ ਲੈ ਲਿਆ, ਤਾਂ 2 ਵਾਰੀ ਵਰਕ ਪਰਮਿਟ ਤੋਂ ਲੈਣ ਤੋਂ ਬਾਅਦ ਜਿਹੜਾ ਹੈ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਉੱਥੇ PR ਲੈ ਸਕਦੇ ਹੋ। ਔਰ PR ਪਾਸਪੋਰਟ ਜਿਹੜਾ ਹੈ ਸਵੀਡਨ ਦਾ, ਉਹ ਕਿਤੇ ਵੀ ਟਰੈਵਲ ਲਈ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ। ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਜਿਹੜਾ ਉਹ ਵੈਲਿਡ ਹੈਗਾ ਔਰ ਬਹੁਤ ਵਧੀਆ ਕੰਟਰੀ ਦਾ ਪਾਸਪੋਰਟ ਹੈ। ਮੈਂ ਦੱਸਣਾ ਚਾਹਾਂਗਾ ਕਿ ਕੈਨੇਡਾ ਆਸਟ੍ਰੇਲੀਆ ਦੇ ਨਾਲੋਂ ਵੀ ਜ਼ਿਆਦਾ ਅਰਨ ਕਰ ਸਕਦੇ ਹੋ ਤੁਸੀਂ ਸਵੀਡਨ ਦੇ ਵਿੱਚ। ਤਾਂ ਇਸ ਕਰਕੇ ਜਿਹੜੇ ਵੀ ਸਟੂਡੈਂਟ ਜਿਹੜਾ ਅਪਲਾਈ ਕਰਨਾ ਚਾਹੁੰਦੇ ਸਵੀਡਨ ਦੇ ਲਈ ਮੈਂ ਤੁਹਾਨੂੰ ਫੀਸ ਦੀ ਜਾਣਕਾਰੀ ਦੇ ਦੇਵਾਂ ਕਿ ਜਿਹੜੇ ਵੀ ਬੱਚੇ ਸਵੀਡਨ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੀ 6 ਮੰਥ ਦੀ ਫੀਸ ਜਿਹੜੀ ਹੈ ਕੋਈ 4-5 ਲੱਖ ਦੇ ਕਰੀਬ ਰਹਿੰਦੀ ਹੈ। ਔਰ ਮਾਸਟਰ ਕੋਰਸਿਸ ਅਗਰ 2 ਈਅਰ ਦਾ ਤਾਂ ਤੁਸੀਂ ਲਗਾ ਕੇ ਚੱਲੋ ਕਿ 10-12 ਲੱਖ ਰੁਪਏ ਦਾ ਤੁਹਾਡਾ ਖਰਚਾ ਹੈਗਾ। ਔਰ ਜਿਹੜੇ ਫੰਡ ਹੈਗੇ ਨੇ ਉਹ ਸਾਨੂੰ ਪੁਰਾਣੇ ਨਹੀਂ ਚਾਹੀਦੇ। ਬੇਸ਼ੱਕ ਤੁਸੀਂ ਨਵੇਂ ਫੰਡ ਆਪਣੇ ਸੇਵਿੰਗ ਅਕਾਊਂਟ 'ਚ ਹੀ ਪਾ ਕੇ ਦੇਣੇ ਪੈਣੇ ਆ ਤੁਹਾਨੂੰ, ਕਿਉਂਕਿ FD ਉੱਥੇ ਚੱਲਦੀ ਨਹੀਂ ਹੈ। ਤੁਹਾਨੂੰ ਸੇਵਿੰਗ ਅਕਾਊਂਟ ਦੇ ਵਿੱਚ ਪੈਸਾ ਜਿਹੜਾ ਹੈ 10-12 ਲੱਖ ਰੁਪਇਆ ਤੁਸੀਂ ਪਾਓਗੇ। ਅਗਰ ਬੱਚਾ ਹੈ ਨਾਲ ਤਾਂ ਦੋਨੋਂ ਤਾਂ 20 ਲੱਖ ਦੇ ਕਰੀਬ ਹੋ ਜਾਏਗਾ। ਤਾਂ ਇਹ ਫੰਡ ਜਿਹੜੇ ਤੁਸੀਂ ਬੇਸ਼ੱਕ ਰੀਸੈਂਟ ਹੈਗੇ ਨੇ ਉਹ ਰੀਸੈਂਟ ਫੰਡ ਦਿਖਾ ਕੇ ਵੀ ਤੁਸੀਂ ਜਾ ਸਕਦੇ ਹੋ। ਤੁਹਾਡੀ ਐਡਮਿਸ਼ਨ ਪੈ ਗਈ, ਐਡਮਿਸ਼ਨ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਏਗੀ। ਅਗਰ ਇੰਟਰਵਿਊ ਸਕਸੈਸਫੁਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਫੀਸ ਪੇ ਕਰਨੀ ਹੈ। ਫਿਰ ਤੁਹਾਡੀ ਐਮਬੈਸੀ 'ਚ ਇੱਕ ਛੋਟੀ ਜਿਹੀ ਇੰਟਰਵਿਊ ਹੋਏਗੀ ਔਰ ਜਿਹਦੇ ਵਿੱਚ ਤੁਹਾਡਾ ਜਿਹੜਾ ਹੈ ਵੀਜ਼ੇ ਦੀ ਰੇਸ਼ੋ ਕਾਫੀ ਅੱਛੀ ਰਹੇਗੀ ਔਰ ਵੀਜ਼ਾ ਦੇ ਲੱਗਣ ਦੇ ਚਾਂਸਸ ਬਹੁਤ ਵਧੀਆ ਬਣ ਜਾਂਦੇ। ਜੀ ਇੱਥੇ ਮੈਂ ਜ਼ਰੂਰ ਇਹ ਵੀ ਚੀਜ਼ ਜ਼ਰੂਰ ਜਾਣਨਾ ਚਾਹੂੰਗੀ, ਲਾਈਕ ਅਸੀਂ ਗੱਲ ਕਰਦੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕਈ ਸਪਾਊਸ ਕੇਸ ਜਿਹੜੇ ਉਹਨਾਂ ਦੇ ਰਿਫਿਊਜ਼ਲ ਨਾਰਮਲੀ ਲੱਗ ਜਾਂਦੇ, ਤਾਂ ਕੀ ਰੀਜ਼ਨਸ ਪਹਿਲਾਂ ਉੱਥੇ ਰਹਿੰਦੇ ਨੇ ਕਿ ਰਿਫਿਊਜ਼ਲ ਲੱਗਦਾ ਔਰ ਕਿੱਥੇ ਅਗਰ ਸਵੀਡਨ ਲਈ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਕਸੈਸ ਰੇਟ ਵੀ ਅੱਛਾ ਹੈ, ਤਾਂ ਕੀ ਇੱਥੇ ਥੋੜਾ ਈਜ਼ੀ ਰਹਿੰਦਾ ਪ੍ਰੋਸੈਸ ਅਗਰ ਕੰਪੈਰੀਜ਼ਨ ਕਰੀਏ ਅਸੀਂ ਆਸਟ੍ਰੇਲੀਆ ਔਰ ਸਵੀਡਨ ਦਾ? ਦੇਖੋ ਅਗਰ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ, ਆਸਟ੍ਰੇਲੀਆ 'ਚ ਸਾਨੂੰ ਬਹੁਤ ਸਾਰੀ ਡਾਕੂਮੈਂਟੇਸ਼ਨ ਚਾਹੀਦੀ ਹੈ। ਉਹਦੇ 'ਚ ਸਪਾਊਸ ਨੂੰ ਜਸਟੀਫਿਕੇਸ਼ਨ ਦੇ ਲਈ ਇਹ ਦੇਖੋ ਸਾਡੇ ਕੋਲ 2 ਚੀਜ਼ਾਂ ਹੁੰਦੀਆਂ ਨੇ, ਇੱਕ ਮੈਰਿਜ ਸਰਟੀਫਿਕੇਟ ਹੁੰਦਾ ਹੈ ਔਰ ਸੈਕੰਡਲੀ ਸਾਡੇ ਮੈਰਿਜ ਦੀਆਂ ਫੋਟੋਗ੍ਰਾਫ ਹੁੰਦੀਆਂ ਨੇ ਜਾਂ ਤੁਸੀਂ ਮੈਰਿਜ ਦੀ ਵੀਡੀਓ ਦੇ ਦਿੰਦੇ ਹੋ। ਬਾਕੀ ਨਾ ਤਾਂ ਤੁਸੀਂ ਕਿਤੇ ਇਕੱਠੇ ਘੁੰਮੇ ਹੁੰਦੇ ਹੋ, ਨਾ ਕੋਈ ਪੁਰਾਣੀ ਹਿਸਟਰੀ ਹੁੰਦੀ ਹੈ, ਨਾ ਪੁਰਾਣੀ ਚੈਟ ਹੁੰਦੀ ਹੈ। ਤਾਂ ਇਹ ਸਭ ਚੀਜ਼ਾਂ ਬੜੀਆਂ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ। ਅਗਰ ਤੁਸੀਂ ਕਦੇ ਫੇਸਬੁੱਕ 'ਤੇ ਨਹੀਂ ਪਾਇਆ ਕਿ ਤੁਸੀਂ ਇਕੱਠੇ ਕਿਤੇ ਘੁੰਮਣ ਗਏ ਹੋ ਜਾਂ ਤੁਸੀਂ ਕਦੇ ਕੋਈ ਖੁਸ਼ੀ ਨਹੀਂ ਸਾਂਝੀ ਕੀਤੀ ਕਿਸੇ ਇਸ ਤਰ੍ਹਾਂ ਦੇ ਪਲੇਟਫਾਰਮ ਦੇ ਉੱਪਰ, ਤਾਂ ਉਹ ਤੁਹਾਡੇ ਨੈਗੇਟਿਵ ਜਾਂਦਾ ਹੈ। ਤਾਂ ਇਸ ਕਰਕੇ ਬਟ ਸਵੀਡਨ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਤੁਸੀਂ ਬੇਸਿਕਲੀ ਜਿਹੜਾ ਹੈਗਾ ਉੱਥੇ ਮੈਰਿਜ ਸਰਟੀਫਿਕੇਟ ਦੇ ਨਾਲ ਆਪਣੀ ਮੈਰਿਜ ਫੋਟੋਗ੍ਰਾਫ ਦੇ ਨਾਲ ਔਰ ਜੈਨੂਅਨ ਇੱਕ ਇੰਟਰਵਿਊ ਹੋਏਗੀ ਜਿੱਥੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਜੈਨੂਅਨ ਮੈਰਿਜ ਹੈ ਜਾਂ ਤੁਹਾਡੀ ਨਹੀਂ ਹੈਗੀ। ਤਾਂ ਉਸ ਬਿਹਾਫ 'ਤੇ ਜਿਹੜਾ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਉੱਥੇ ਆਰਾਮ ਨਾਲ ਤੁਹਾਨੂੰ ਜਿਹੜਾ ਸਪਾਊਸ ਨੂੰ, ਉਹ ਬਹੁਤ ਵਧੀਆ ਗੱਲ ਹੈ ਕਿ ਫੁੱਲ ਟਾਈਮ ਵਰਕ ਪਰਮਿਟ ਮਿਲ ਰਿਹਾ। ਫੁੱਲ ਟਾਈਮ ਦੇ ਵਿੱਚ ਬਹੁਤ ਅੱਛਾ ਅਰਨ ਕਰ ਸਕਦਾ ਤੁਹਾਡਾ ਸਪਾਊਸ। ਹਾਂਜੀ ਜੀ ਬਿਲਕੁਲ। ਅਗਰ ਆਪਾਂ ਸਵੀਡਨ ਦੇ ਵਿੱਚ ਹੀ ਸਪਾਊਸ ਕੇਸ ਲਗਵਾਉਂਦੇ ਤਾਂ ਕੀ ਇੱਕੋ ਟਾਈਮ ਹੀ ਦੋਨੋਂ ਜਣੇ ਜਾ ਸਕਣਗੇ ਜਾਂ ਥੋੜਾ ਗੈਪ ਪੈਂਦਾ ਜਾਣ ਦੇ ਵਿੱਚ? ਜੀ ਦੇਖੋ ਬਿਲਕੁਲ ਇੱਕੋ ਟਾਈਮ ਹੀ ਜਾ ਸਕਣਗੇ, ਇੱਕੋ ਟਾਈਮ ਹੀ ਵੀਜ਼ਾ ਆਏਗਾ। ਬੇਸ਼ੱਕ ਤੁਹਾਡਾ ਡਿਪੈਂਡੈਂਟ ਹੈ, ਬੇਸ਼ੱਕ ਤੁਹਾਡਾ ਬੱਚਾ ਹੈ, ਤਾਂ ਤੁਸੀਂ ਇੱਕੋ ਟਾਈਮ ਹੀ ਅਪਲਾਈ ਕਰਕੇ ਇੱਕੋ ਟਾਈਮ ਤੁਹਾਡਾ ਵੀਜ਼ਾ ਆ ਜਾਏਗਾ ਔਰ ਇਕੱਠੇ ਹੀ ਟਰੈਵਲ ਕਰੋਗੇ ਔਰ ਇਕੱਠੇ ਹੀ ਤੁਹਾਡੀ ਅਕਮੋਡੇਸ਼ਨ ਹੋਏਗੀ। ਜੋ ਵੀ ਹੋਏਗੀ ਅਕਮੋਡੇਸ਼ਨ ਤੁਸੀਂ ਜਿੱਥੇ ਵੀ ਲੈ ਰਹੇ ਹੋ ਉਹ ਤੁਹਾਨੂੰ ਦਿਖਾਉਣੀ ਪੈਗੀ ਔਰ ਤੁਹਾਨੂੰ ਇਕੱਠੇ ਹੀ ਟਰੈਵਲ ਕਰਨਾ ਹੈ। ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਤੁਹਾਨੂੰ ਕਿਸੇ ਵੀ ਤਰੀਕਾ ਦਾ ਤੁਹਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਜੀ ਅਸੀਂ ਇਕੱਠੇ ਨਹੀਂ ਜਾਵਾਂਗੇ ਜਾਂ ਕੁਝ ਇੱਦਾਂ ਦੀ ਪ੍ਰੋਬਲਮ। ਤਾਂ ਉਹ ਤੁਸੀਂ ਆਰਾਮ ਨਾਲ ਇਕੱਠੇ ਟਰੈਵਲ ਕਰ ਸਕਦੇ ਹੋ। ਜੀ ਬਿਲਕੁਲ। ਤੇ ਜਿਵੇਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਕਿ ਵੀ ਇਹ ਥੋੜਾ ਜਿਹਾ ਲੈਂਥੀ ਪ੍ਰੋਸੈਸ ਹੋ ਜਾਂਦਾ ਹੈ ਤੇ ਜੋ ਟਾਈਮਲੀ ਸਟੂਡੈਂਟਸ ਅਗਰ ਅਪਲਾਈ ਕਰਦੇ ਨੇ ਤਾਂ ਜੋ ਹੈ ਸਹੀ ਤਰੀਕੇ ਨਾਲ ਜੋ ਹੈ ਟਾਈਮਲੀ ਜੋ ਹੈ ਅੱਗੇ ਉਹਨਾਂ ਦਾ ਪ੍ਰੋਸੈਸ ਸ਼ੁਰੂ ਹੋ ਸਕਦਾ। ਤਾਂ ਇਹ ਪ੍ਰੋਸੈਸ ਨੂੰ ਜ਼ਰੂਰ ਸਮਝਣਾ ਚਾਹਾਂਗੇ ਕਿ ਅਗਰ ਟਾਈਮਲੀ ਹੈ ਤਾਂ ਕਿਸ ਤਰੀਕੇ ਨਾਲ, ਤਾਂ ਕਿ ਕਿਉਂਕਿ ਪਹਿਲਾਂ ਹੀ ਟਾਈਮਲੀ ਪ੍ਰੋਸੈਸ ਹੈ ਤੇ ਸਟੂਡੈਂਟਸ ਜਾਂ ਜਿੰਨੇ ਵੀ ਦਰਸ਼ਕ ਸਾਡੇ ਪ੍ਰੋਗਰਾਮ ਵੇਖ ਰਹੇ ਨੇ ਅਗਰ ਮਨ ਬਣਾਇਆ ਕਿ ਸਪਾਊਸ ਵੀਜ਼ਾ ਸਪਾਊਸ ਕੇਸ ਲਗਵਾ ਕੇ ਅੱਗੇ ਜਾਣਾ ਹੈ ਤੇ ਗੱਲ ਨਹੀਂ ਬਣੀ, ਆਸਟ੍ਰੇਲੀਆ ਲਈ ਅਗਰ ਅਪਲਾਈ ਕਰ ਚੁੱਕੇ ਸੀਗੇ, ਰਿਫਿਊਜ਼ਲ ਲੱਗ ਚੁੱਕਿਆ ਕਿਉਂਕਿ ਟਾਈਮ ਪਹਿਲਾਂ ਹੀ ਉਹਨਾਂ ਦਾ ਕਾਫੀ ਵੇਸਟ ਹੋ ਚੁੱਕਿਆ ਹੁੰਦਾ ਹੈ, ਤਾਂ ਕਿਸ ਪ੍ਰੋਸੈਸ ਦੇ ਨਾਲ ਇਹ ਸਾਰਾ ਜੋ ਹੈ ਚੱਲਦਾ ਤੇ ਕਿਵੇਂ ਤਿਆਰੀ ਦੇ ਨਾਲ ਜੋ ਹੈ ਸਾਰੇ ਡਾਕੂਮੈਂਟਸ ਆਪਣੇ ਰੈਡੀ ਕਰਨੇ ਚਾਹੀਦੇ ਆ ਸਭ ਨੂੰ? ਦੇਖੋ ਜਿਹੜੇ ਵੀ ਸਟੂਡੈਂਟਸ ਹੈਗੇ ਨੇ ਅਗਰ ਉਹਨਾਂ ਨੇ ਸਵੀਡਨ ਅਪਲਾਈ ਕਰਨਾ ਹੈ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ 15 ਜਨਵਰੀ ਜਿਹੜੀ ਉਹ ਲਾਸਟ ਡੇਟ ਹੈਗੀ ਹੈ ਨੈਕਸਟ ਇਨਟੇਕ ਦੀ। ਅਗਰ ਤੁਸੀਂ ਉਸ ਇਨਟੇਕ 'ਚ ਅਪਲਾਈ ਕਰਦੇ ਹੋ ਔਰ ਉਹਦੇ 'ਚ ਕੀ ਹੋਏਗਾ ਕਿ ਤੁਹਾਡੀ ਐਪਲੀਕੇਸ਼ਨ ਜਿਹੜੀਆਂ ਨੇ ਉਹ ਇੱਕ ਪੋਰਟਲ ਹੈ ਜਿਹਦੇ ਥਰੂ ਜਿਹੜਾ ਹੈ ਸਭ ਯੂਨੀਵਰਸਿਟੀਜ਼ ਨੂੰ ਐਪਲੀਕੇਸ਼ਨ ਜਾਂਦੀਆਂ ਨੇ। ਜਿਹੜਾ ਇੱਕ ਸਟੂਡੈਂਟ ਐਪਲੀਕੇਸ਼ਨ ਪਾ ਰਿਹਾ ਉਹ ਇੱਕ ਕਾਮਨ ਪੋਰਟਲ ਦੇ ਵਿੱਚ ਚਲੀ ਜਾਂਦੀ ਹੈ। ਉਹ ਕਾਮਨ ਪੋਰਟਲ ਤੋਂ ਯੂਨੀਵਰਸਿਟੀਜ਼ ਹਰ ਇੱਕ ਸਟੂਡੈਂਟ ਨੂੰ ਦੇਖਦੀਆਂ ਨੇ ਕਿ ਮੇਰੇ ਕੋਲ ਇੰਨੀਆਂ ਸੀਟਸ ਨੇ, ਮੇਰੇ ਕੋਲ ਇੰਨੀਆਂ ਸੀਟਸ ਨੇ, ਮੇਰੇ ਕੋਲ ਇੰਨੀਆਂ ਸੀਟਸ ਨੇ। ਉਸ ਪੋਰਟਲ ਦੇ ਵਿੱਚੋਂ ਉਹਦੇ ਅਕੋਰਡਿੰਗਲੀ ਜਿਹੜੇ ਆ ਸਟੂਡੈਂਟਸ ਜਿਹੜੇ ਨੇ ਉਹ ਪਿਕ ਕਰਦੇ ਨੇ ਔਰ ਉਹਦੇ 'ਚ ਤੁਹਾਡਾ ਕਿਹੜੀ ਯੂਨੀਵਰਸਿਟੀ 'ਚ ਹੋਏਗਾ ਇਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਦੇ ਉੱਪਰ ਕਿ ਉਹ ਤੁਹਾਨੂੰ ਲੈ ਰਹੀ ਹੈ, ਐਕਸੈਪਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ।
ਅਗਰ 5 ਯੂਨੀਵਰਸਿਟੀ ਆ ਰਹੀਆਂ ਨੇ ਜਾਂ 10 ਯੂਨੀਵਰਸਿਟੀਜ਼ ਆ ਰਹੀਆਂ ਨੇ, ਉਹ 10 ਯੂਨੀਵਰਸਿਟੀਜ਼ ਤੁਹਾਡਾ ਕਿਤੇ ਵੀ ਐਡਮਿਸ਼ਨ ਹੋ ਸਕਦਾ ਹੈ। ਉਹ ਗਵਰਨਮੈਂਟ ਦੇ ਹੱਥ 'ਚ ਹੈ, ਕਿਉਂਕਿ ਇਹ ਸਾਰਾ ਜਿਹੜਾ ਹੈ ਟੋਟਲ ਹੀ ਡਿਪੈਂਡ ਕਰਦਾ ਹੈ ਗਵਰਨਮੈਂਟ ਦੀ ਪਾਲਿਸੀ ਦੇ ਅਕੋਰਡਿੰਗਲੀ। ਇੱਦਾਂ ਨਹੀਂ ਹੁੰਦਾ ਜਿਵੇਂ ਆਸਟ੍ਰੇਲੀਆ ਕੈਨੇਡਾ 'ਚ ਹੁੰਦਾ ਕਿ ਤੁਸੀਂ ਡਾਇਰੈਕਟਲੀ ਇੱਕ ਕਾਲਜ 'ਚ ਅਪਲਾਈ ਕਰ ਦਿੰਦੇ ਹੋ। ਨੋ, ਇਹ ਤੁਹਾਨੂੰ ਇੱਕ ਕਾਮਨ ਪੋਰਟਲ 'ਚ ਅਪਲਾਈ ਕਰਨਾ ਪੈਂਦਾ, ਜਿੱਥੇ ਯੂਨੀਵਰਸਿਟੀ ਆਪਣੇ ਹਿਸਾਬ ਨਾਲ ਹੀ ਉਸ ਬੱਚੇ ਨੂੰ ਪਿਕ ਕਰਦੀ ਹੈ। ਔਰ ਉਸ ਤੋਂ ਬਾਅਦ ਕਿ ਇਸ ਟਾਈਮ ਨੂੰ ਜਿਹੜਾ ਹੈ ਤੁਹਾਡੇ 2-3 ਮੰਥਸ ਲੱਗਦੇ ਨੇ। 2-3 ਮੰਥਸ ਬਾਅਦ ਤੁਹਾਨੂੰ ਆ ਜਾਂਦਾ ਹੈ ਕਿ ਜੀ ਤੁਸੀਂ ਹੁਣ ਐਕਸੈਪਟ ਹੋ ਗਏ ਹੋ ਇਸ ਯੂਨੀਵਰਸਿਟੀ ਵਿੱਚ, ਅਤੇ ਤੁਹਾਡੀ ਇੱਕ ਇੰਟਰਵਿਊ ਹੋਏਗੀ ਯੂਨੀਵਰਸਿਟੀ ਨਾਲ। ਅਗਰ ਯੂਨੀਵਰਸਿਟੀ ਤੁਹਾਡੇ ਨਾਲ ਇੰਟਰਵਿਊ ਕਰਦੀ ਹੈ, ਉਹ ਤੁਹਾਨੂੰ ਯੈਸ ਬੋਲ ਦਿੰਦੀ ਹੈ, ਤਾਂ ਫਿਰ ਤੁਸੀਂ ਉੱਥੇ ਫੀਸ ਪੇ ਕਰਦੇ ਹੋ, ਐਂਡ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਐਮਬੈਸੀ 'ਚ ਤੁਹਾਡੀ ਫਾਈਲ ਲੱਗਦੀ ਹੈ। ਔਰ ਉਹਦੇ 'ਚ 15 ਤੋਂ 20 ਦਿਨ ਦੇ ਵਿੱਚ ਜਾਂ ਮੈਕਸੀਮਮ ਜੇ ਅਗਰ ਟਾਈਮ ਅੱਛਾ ਹੋਏ, ਜ਼ਿਆਦਾ ਐਪਲੀਕੇਸ਼ਨ ਨਾ ਹੋਣ, ਤਾਂ ਤੁਸੀਂ ਵਿਦਿਨ 1 ਮੰਥ ਜਿਹੜਾ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਤੁਸੀਂ ਜ਼ਰੂਰ ਜੋ ਹੈ ਇਹ ਵੀ ਆਪਸ਼ਨਸ ਜੋ ਬਹੁਤ ਅੱਛੀਆਂ ਆਪਸ਼ਨਸ ਵੀ ਅਵੇਲੇਬਲ ਨੇ, ਜਿਹੜੇ ਹਤਾਸ਼ ਹੋ ਚੁੱਕੇ ਨੇ ਕਿ ਰਿਫਿਊਜ਼ਲ ਆ ਗਿਆ ਜੀ ਬਾਰ-ਬਾਰ, ਤੇ ਅਸੀਂ ਹੁਣ ਕੀ ਕਰੀਏ, ਤਾਂ ਤੁਹਾਡੇ ਲਈ ਸਵੀਡਨ ਬਹੁਤ ਅੱਛੀ ਜੋ ਹੈ ਆਪਸ਼ਨ ਹੈ ਇਸ ਸਮੇਂ। ਤਾਂ ਇਸਦੇ ਅਗਰ ਫੰਡਸ ਦੀ ਗੱਲ ਕਰੀਏ, ਕਿੰਨਾ ਕੁ ਬਜਟ ਬਾਰੇ, ਕਿਉਂਕਿ ਇਹ ਵੀ ਇੱਕ ਪ੍ਰਾਇਮਰੀ ਚੀਜ਼ ਹੈ, ਕਿਉਂਕਿ ਪ੍ਰਾਇੋਰਟੀ ਤੇ ਇਹ ਚੀਜ਼ ਨੂੰ ਵੀ ਸੋਚਣਾ ਬਹੁਤ ਜ਼ਰੂਰੀ ਹੈ। ਕਿੰਨੇ ਫੰਡਸ ਚਾਹੀਦੇ ਆ, ਕਿੰਨਾ ਕੀ ਸ਼ੋਅ ਕਰਨਾ ਫੰਡਸ, ਉਸਦਾ ਪ੍ਰੋਸੈਸ ਵੀ ਜ਼ਰੂਰ ਸਮਝਾਓ ਤੁਸੀਂ। ਬਿਲਕੁਲ ਜੀ, ਦੇਖੋ ਅਗਰ ਸਟੂਡੈਂਟ ਨੇ ਸਿੰਗਲ ਜਾਣਾ ਹੈ ਜਾਂ ਤਾਂ ਉਹਨੂੰ 10 ਕੁ ਲੱਖ ਰੁਪਏ ਦੇ ਫੰਡ ਚਾਹੀਦੇ ਨੇ। ਅਗਰ ਉਹਨੇ ਆਪਣੇ ਹਸਬੈਂਡ ਨਾਲ ਜਾਣਾ ਤੇ 15 ਕੁ ਲੱਖ ਰੁਪਏ ਦੇ ਫੰਡ ਚਾਹੀਦੇ ਨੇ। ਤਾਂ ਇਹ ਜਿਹੜੇ ਸਾਨੂੰ ਜ਼ਿਆਦਾ ਪੁਰਾਣੇ ਨਹੀਂ ਚਾਹੀਦੇ, ਬੇਸ਼ੱਕ ਇੱਕ ਦਿਨ ਪੁਰਾਣੇ ਹੋਣ, ਉਹ ਵੀ ਜਿਹੜੇ ਨੇ ਚੱਲਣਗੇ ਫੰਡ, ਕੋਈ ਦਿੱਕਤ ਨਹੀਂ ਹੈ, ਬਟ ਇਹ ਸੇਵਿੰਗ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਨੇ। ਹਾਂ, ਤੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵੀ ਸਟੂਡੈਂਟ ਜਿਹੜਾ ਹੈ ਕੋਈ ਵੀ ਇਹਦੇ 'ਚ ਕੁਛ ਗਲਤ ਡਾਕੂਮੈਂਟਸ ਨਾ ਪ੍ਰੈਜ਼ੈਂਟ ਕਰਨ, ਬਿਕੋਜ਼ ਗੈਪ ਵੀ ਚੱਲੇਗਾ। 3-4 ਸਾਲ ਦਾ ਗੈਪ ਐਕਸੈਪਟੇਬਲ ਹੈਗਾ। ਤੁਸੀਂ ਕੋਈ ਵੀ ਨੋਰਮਲ ਜੌਬ ਕੀਤੀ ਹੈ ਦਿਖਾ ਸਕਦੇ ਹੋ, ਬਟ ਸਵੀਡਨ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਉਹ ਹੈਗਾ ਕਿ ਤੁਸੀਂ ਕੋਈ ਵੀ ਜਿਹੜਾ ਫਰੋਡ ਡਾਕੂਮੈਂਟ ਜਿਹੜਾ ਉੱਥੇ ਨਾ ਦਿਓ। ਤਾਂ ਵੀਜ਼ਾ ਬਹੁਤ ਈਜ਼ੀ ਹੈਗਾ ਹੈ ਔਰ ਆਰਾਮ ਨਾਲ ਤੁਸੀਂ ਜਿਹੜਾ ਇੱਥੇ ਜਾ ਸਕਦੇ ਹੋ। ਜੀ ਬਿਲਕੁਲ। ਤੇ ਅਸੀਂ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਹਮੇਸ਼ਾ ਸਟੂਡੈਂਟਸ ਨੂੰ ਇਹੀ ਸਲਾਹ ਦਿੰਦੇ ਹਾਂ ਕਿ ਜੈਨੂਇਨ ਤਰੀਕੇ ਨਾਲ ਹੀ ਅਪਲਾਈ ਕਰੋ, ਤਾਂ ਕਿ ਤੁਸੀਂ ਆਪਣੇ ਭਵਿੱਖ ਨੂੰ ਬਹੁਤ ਸੁਨਹਿਰਾ ਬਣਾ ਸਕੋ। ਤੇ ਜੈਨੂਇਨ ਤਰੀਕੇ ਨਾਲ ਅਪਲਾਈ ਕਰੋਗੇ ਤਾਂ ਜ਼ਰੂਰ, ਕਿ ਕੌਨਫੀਡੈਂਸ ਇੱਕ ਹਰ ਇੱਕ ਬੰਦੇ ਦੇ ਵਿੱਚ ਹੁੰਦਾ। ਜਦੋਂ ਤੁਸੀਂ ਵਿਦੇਸ਼ ਚਲ ਜਾਂਦੇ ਹੋ ਤਾਂ ਜਿਹੜੇ ਨਕਲੀ ਡਾਕੂਮੈਂਟਸ ਦੇ ਸਹਾਰੇ ਜਾਂਦੇ ਨੇ, ਪਹੁੰਚਦੇ ਨੇ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਡਰ ਜ਼ਰੂਰ ਬਣਿਆ ਰਹਿੰਦਾ ਹੈ ਕਿ ਕਿਤੇ ਸਾਡੀ ਚੋਰੀ ਨਾ ਫੜੀ ਜਾਏ। ਸੋ ਡਾਕੂਮੈਂਟਸ ਦਾ ਜੈਨੂਇਨ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਅੱਗੇ ਵੱਧ ਸਕੋ। ਤੇ ਆਪਾਂ ਅਗਰ ਹੁਣ ਗੱਲ ਯੂਰਪ ਦੀ ਕਰ ਹੀ ਰਹੇ ਹਾਂ, ਸਵੀਡਨ ਬਾਰੇ ਆਪਾਂ ਕਾਫੀ ਗੱਲ ਕੀਤੀ, ਔਰ ਯੂਰਪ ਦੇ ਵਿੱਚ ਹੋਰ ਕਿਹੜੀ ਆਪਸ਼ਨਸ ਨੇ ਜਿਹਦਾ ਸਟੂਡੈਂਟਸ ਅੱਜ ਦੀ ਡੇਟ ਵਿੱਚ ਫਾਇਦਾ ਲੈ ਸਕਦੇ ਨੇ, ਜੋ ਅੱਛਾ ਔਰ ਈਜ਼ੀਲੀ ਜੋ ਹੈ ਉੱਥੇ ਆਪਣਾ ਵੀਜ਼ਾ ਲਗਵਾ ਸਕਦੇ ਨੇ? ਬਿਲਕੁਲ ਜੀ, ਦੇਖੋ ਜੋ ਟੌਪ ਦੀ ਕੰਟਰੀਜ਼ ਦੀ ਮੈਂ ਗੱਲ ਕਰਾਂ, ਜਿੱਥੇ ਵੀਜ਼ਾ ਵੀ ਈਜ਼ੀ ਹੈਗਾ ਹੈ ਔਰ ਫੀਸ ਵੀ ਠੀਕ ਠਾਕ ਹੈਗੀ ਹੈ, ਜਿਸ ਦੇ ਵਿੱਚੋਂ ਤੁਸੀਂ ਜਾ ਸਕਦੇ ਹੋ ਚੈੱਕ ਰਿਪਬਲਿਕ। ਸਾਡੇ ਕੋਲ ਯੂਨੀਵਰਸਿਟੀਜ਼ ਹੈਗੀਆਂ ਨੇ, ਔਰ ਚੈੱਕ ਰਿਪਬਲਿਕ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੈਗੀ ਆ ਸਾਡੇ ਕੋਲ, ਕਿ ਜਿਸ ਯੂਨੀਵਰਸਿਟੀ 'ਚ ਅਸੀਂ ਤੁਹਾਨੂੰ ਭੇਜ ਰਹੇ ਹਾਂ, ਉਹ ਯੂਨੀਵਰਸਿਟੀ ਤੁਹਾਨੂੰ ਫੁੱਲ ਟਾਈਮ ਵਰਕ ਪਰਮਿਟ ਅਲਾਉਡ ਕਰਦੀ ਹੈ। ਕਿਉਂਕਿ ਸਟੂਡੈਂਟ ਦੇ ਨਾਲ ਹਮੇਸ਼ਾ ਕੀ ਹੁੰਦਾ ਹੈ ਕਿ ਤੁਸੀਂ 4 ਘੰਟੇ ਪੜ੍ਹ ਸਕਦੇ ਹੋ, 4 ਘੰਟੇ ਨਾਲ ਕੰਮ ਕਰ ਸਕਦੇ ਹੋ। ਬਸ ਇਸ ਯੂਨੀਵਰਸਿਟੀ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਔਰ 2 ਸਾਲ ਦੇ ਵਰਕ ਪਰਮਿਟ ਮਿਲਣ ਤੋਂ ਬਾਅਦ ਜਿਹੜਾ ਹੈ ਤੁਸੀਂ ਉੱਥੇ ਪੀਆਰ ਲਈ ਐਲੀਜੀਬਲ ਹੋ ਜਾਂਦੇ ਹੋ। ਬਹੁਤ ਹੀ ਵਧੀਆ ਕੰਟਰੀ ਹੈ, ਬਹੁਤ ਈਜ਼ੀਲੀ ਜਿਹੜਾ ਤੁਹਾਨੂੰ ਉੱਥੇ ਮਿਲ ਜਾਂਦਾ, ਤੇ ਫੀਸ ਵੀ ਬਹੁਤ ਘੱਟ ਹੈਗੀ ਹੈ। ਇਸ ਤੋਂ ਇਲਾਵਾ ਮੈਂ ਲਾਟਵੀਆ ਦੀ ਗੱਲ ਕਰਾਂਗਾ, ਸਪੇਨ ਦੀ ਗੱਲ ਕਰਾਂਗਾ, ਫਰਾਂਸ ਦੀ, ਜਰਮਨੀ ਦੀ, ਇਹ ਸਾਰੀ ਕੰਟਰੀਜ਼ ਜਿਹੜੀਆਂ ਨੇ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ। ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ, ਸਾਡੇ ਕੋਲ ਡਾਇਰੈਕਟ ਯੂਨੀਵਰਸਿਟੀਜ਼ ਹੈਗੀਆਂ ਨੇ। ਸਾਡੇ ਪੋਰਟਲ 'ਤੇ ਜਾ ਕੇ ਜਿਹੜਾ ਹੈ ਤੁਸੀਂ ਚੈੱਕ ਕਰ ਸਕਦੇ ਹੋ, ਜਿਹੜਾ ਅਸੀਂ ਹਮੇਸ਼ਾ ਗੱਲ ਕਰਦੇ ਹਾਂ www.applyyourvisa.com 'ਤੇ ਜਾ ਕੇ ਜਿਹੜਾ ਹੈ ਤੁਸੀਂ ਸਾਡੀਆਂ ਸਾਰੀ ਕੰਟਰੀਜ਼ ਚੈੱਕ ਕਰ ਸਕਦੇ ਹੋ। ਉੱਥੇ ਕਿਸੇ ਵੀ ਯੂਨੀਵਰਸਿਟੀ ਦੀ ਫੀਸ ਦੇ ਸਕਦੇ ਹੋ, ਕਾਲਜ ਦੀ ਫੀਸ ਦੇ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ। ਇਸ ਕਰਕੇ ਇਹ ਯੂਰਪ ਇੱਕ ਬਹੁਤ ਵਧੀਆ ਪਲੇਟਫਾਰਮ ਹੈਗਾ, ਜਿੱਥੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈ ਇੱਕ ਅੱਛੇ ਫਿਊਚਰ ਦੇ ਲਈ ਲੈ ਕੇ ਜਾ ਸਕਦੇ ਹੋ। ਜੀ ਜੀ ਬਿਲਕੁਲ। ਤੇ ਇਸ ਤੋਂ ਇਲਾਵਾ ਸਕਰੀਨ ਤੇ ਨੰਬਰ ਵੀ ਡਿਸਪਲੇ ਹੋ ਰਿਹਾ, ਤੁਸੀਂ ਇਸ ਉੱਪਰ ਕਾਲ ਕਰਕੇ ਵੀ ਹੋਰ ਇਹਨਾਂ ਯੂਰਪ ਦੀ ਹੋਰ ਕਿਹੜੀ ਕੰਟਰੀਜ਼ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜਾਣ ਸਕਦੇ ਹੋ। ਤੇ ਨਾਲ ਦੀ ਨਾਲ ਜਿਵੇਂ ਕਿ ਇਹਨਾਂ ਨੇ ਦੱਸਿਆ, ਵੈਬਸਾਈਟ ਹੈ www.applyyourvisa.com, ਉਸਦੇ ਵਿੱਚ ਵੀ ਜੋ ਹੈ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰ ਕੰਟਰੀ ਦੀ, ਉਸਦੇ ਨਾਲ ਰਿਲੇਟਡ ਕਾਲਜਿਸ ਦੀ, ਫੀਸ ਦੀ, ਤੇ ਉਹਨੂੰ ਵੇਖ ਕੇ ਵੀ ਤੁਸੀਂ ਆਪਣਾ ਜੋ ਮਨ ਬਣਾ ਸਕਦੇ ਹੋ, ਆਪਣੇ ਪੇਰੈਂਟਸ ਨਾਲ ਡਿਸਕਸ ਕਰ ਸਕਦੇ ਹੋ ਕਿ ਕਿਹੜੀ ਆਪਸ਼ਨ ਤੁਹਾਡੇ ਲਈ ਸਹੀ ਰਹਿ ਸਕਦੀ ਹੈ। ਤੇ ਉਸ ਤੋਂ ਬਾਅਦ ਤੁਸੀਂ ਸਲਾਹ ਦੀ ਜ਼ਰੂਰਤ ਹੋਵੇ ਤਾਂ ਈਜ਼ੀ ਵੇ ਦੀ ਪੂਰੀ ਟੀਮ ਜੋ ਹੈ ਹਮੇਸ਼ਾ ਸਟੂਡੈਂਟਸ ਨੂੰ ਸਹੀ ਸਲਾਹ ਦੇਣ ਦੇ ਲਈ ਹਮੇਸ਼ਾ ਤਿਆਰ ਹੁੰਦੀ ਹੈ। ਤੁਸੀਂ ਜਸਟ ਇੱਕ ਕਾਲ ਕਰਨੀ ਹੈ, ਡਿਸਕਸ ਕਰਨਾ ਹੈ, ਜਾਂ ਫਿਰ ਆਪਣੇ ਡਾਕੂਮੈਂਟਸ ਲੈ ਕੇ ਇਹਨਾਂ ਦੇ ਆਫਿਸ ਪਹੁੰਚੋਗੇ ਤਾਂ ਵੀ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਡੇ ਡਾਕੂਮੈਂਟਸ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜਾਏਗਾ ਕਿ ਬੈਸਟ ਆਪਸ਼ਨ ਤੁਹਾਡੇ ਲਈ ਰਹਿ ਸਕਦੀ ਹੈ। ਅੱਗੋਂ ਵਧੀਏ ਤਾਂ ਗੱਲ ਕਰੀਏ ਉਹਨਾਂ ਸਟੂਡੈਂਟਸ
ਬਾਰੇ ਵੀ, ਕਿਉਂਕਿ ਜ਼ਿਆਦਾਤਰ ਕਈ ਸਟੂਡੈਂਟਸ ਦਾ ਦੇਖਿਆ ਜਾਂਦਾ ਹੈ ਕਿ ਆਇਲਸ ਕਲੀਅਰ ਨਹੀਂ ਹੋ ਪਾਉਂਦਾ ਹੈ, ਔਰ ਆਇਲਸ ਕਲੀਅਰ ਨਾ ਹੋਣ ਕਰਕੇ ਉਹ ਜੋ ਹੈ ਕੈਨੇਡਾ ਜਾਂ ਆਸਟ੍ਰੇਲੀਆ ਲਈ ਅਪਲਾਈ ਨਹੀਂ ਕਰ ਪਾਉਂਦੇ ਆ, ਉਹਨਾਂ ਦਾ ਨਹੀਂ ਉੱਥੇ ਵੀਜ਼ਾ ਲੱਗ ਪਾਉਂਦਾ। ਕਈ ਵਾਰੀ ਯੂਕੇ ਵੀ ਅਪਲਾਈ ਕਰਨਾ ਚਾਹੁੰਦੇ ਨੇ ਸਟੂਡੈਂਟਸ, ਯੂਕੇ ਵੀ ਨਹੀਂ ਉਹਨਾਂ ਦਾ ਲੱਗ ਪਾਉਂਦਾ, ਵੀਜ਼ਾ ਨਹੀਂ ਲੱਗਦਾ, ਰਿਫਿਊਜ਼ਲ ਹੋ ਜਾਂਦਾ, ਜਾਂ ਫਿਰ ਕਈ ਵਾਰੀ ਜੋ ਹੈ ਕੁਝ ਚੀਜ਼ਾਂ ਨਹੀਂ ਉਵੇਂ ਸੇਮ ਬੈਠ ਪਾਉਂਦੀਆਂ। ਤਾਂ ਉਹਨਾਂ ਦੇ ਲਈ ਕੀ ਆਪਸ਼ਨ ਹੋਰ ਕੋਈ ਹੋਵੇ ਕਿ ਕਿਸੇ ਤਰੀਕੇ ਨਾਲ ਉਹ ਉੱਥੇ ਪਹੁੰਚ ਸਕਣ? ਜੀ ਦੇਖੋ, ਮੈਂ ਜਿਸ ਤਰ੍ਹਾਂ ਗੱਲ ਕਰਦਾ ਹਾਂ ਕਿ ਯੂਕੇ ਦੇ ਵਿੱਚ ਜਿਸ ਤਰ੍ਹਾਂ ਵਿਦਆਊਟ ਆਇਲਸ ਬੱਚੇ ਜਿਹੜੇ ਨੇ ਹੁਣ ਨਹੀਂ ਜਾ ਪਾ ਰਹੇ, ਬਿਕੋਜ਼ ਇਸ ਟਾਈਮ ਜਿਹੜਾ ਹੈ ਇੰਟਰਵਿਊ ਬਹੁਤ ਸਖਤ ਹੋ ਗਈ ਹੈ, ਐਂਡ ਬੱਚੇ ਬਹੁਤ ਅੱਛੇ ਮਾਰਕਸ ਵਾਲੇ ਵੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ 70% ਨੰਬਰ ਨੇ, 18 19 20 ਪਾਸ ਆਊਟ ਨੇ, ਬਟ ਉਹ ਨਹੀਂ ਜਾ ਪਾ ਰਹੇ ਬਿਕੋਜ਼ ਉਹਨਾਂ ਦੀ ਇੰਟਰਵਿਊ ਕਲੀਅਰ ਨਹੀਂ ਹੋ ਰਹੀ, ਜਾਂ ਐਮਬੈਸੀ ਇੰਟਰਵਿਊ 'ਚੋਂ ਰਹਿ ਗਏ, ਉਹ ਰਿਫਿਊਜ਼ ਹੋ ਗਏ। ਤਾਂ ਉਹ ਵੀ ਬੱਚੇ ਹੈਗੇ ਨੇ, ਕੁਛ ਇੱਦਾਂ ਦੇ ਬੱਚੇ ਨੇ ਜਿਹੜੇ ਕੈਨੇਡਾ ਤੋਂ ਰਿਫਿਊਜ਼ ਹੋ ਗਏ, ਕੋਈ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ, ਜਾਂ ਆਸਟ੍ਰੇਲੀਆ ਦੀ ਕ੍ਰੈਡੀਬਿਲਿਟੀ ਉਹਨਾਂ ਦੀ ਬਣਦੀ ਨਹੀਂ ਹੈ, ਜਾਂ ਕੈਨੇਡਾ ਦੀ ਨਹੀਂ ਬਣਦੀ। ਤਾਂ ਉਹ ਅਗਰ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ, ਕੈਨੇਡਾ, ਯੂਕੇ, ਦੁਬਾਰਾ ਤੋਂ ਉਸ ਡੈਸਟੀਨੇਸ਼ਨ 'ਤੇ ਪਹੁੰਚਣਾ ਚਾਹੁੰਦੇ ਨੇ, ਤਾਂ ਈਜ਼ੀ ਵੇ ਜਿਹੜਾ ਹੈ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਇਆ। ਉਹਦੇ ਵਿੱਚ ਕੀ ਹੈਗਾ ਕਿ ਸਿੰਗਾਪੁਰ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਇੱਕ ਇੱਦਾਂ ਦਾ ਕਾਲਜ ਹੈਗਾ ਹੈ, ਔਰ ਯੂਨੀਵਰਸਿਟੀ ਲੈਵਲ ਦਾ ਇਹ ਕਾਲਜ ਹੈਗਾ, ਬਹੁਤ ਪੁਰਾਣਾ ਕਾਲਜ ਹੈਗਾ, ਮਤਲਬ 60-70 ਈਅਰ ਪੁਰਾਣਾ ਕਾਲਜ ਹੈਗਾ, ਜਿੱਥੇ ਤੁਸੀਂ ਜਿਹੜਾ 1 ਸਾਲ ਲਾਉਣ ਤੋਂ ਬਾਅਦ ਉਹ ਕਾਲਜ ਤੁਹਾਨੂੰ ਡਾਇਰੈਕਟਲੀ ਐਡਮਿਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਆਸਟ੍ਰੇਲੀਆ ਦੇ ਯੂਨੀਵਰਸਿਟੀ ਵਿੱਚ, ਤੁਹਾਨੂੰ ਯੂਕੇ ਦੀ ਯੂਨੀਵਰਸਿਟੀ ਵਿੱਚ, ਇਵਨ ਤੁਹਾਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਵੀ ਜਿਹੜਾ ਹੈ ਤੁਸੀਂ ਜਾ ਸਕਦੇ ਹੋ। ਅਗਰ ਮੈਂ ਇਸ ਦੀ ਗੱਲ ਕਰਾਂ, ਤੁਹਾਡਾ ਜਿਹੜੀ ਕ੍ਰੈਡੀਬਿਲਿਟੀ ਹੈਗੀ ਆ ਕੀ ਚਾਹੀਦੀ ਹੈ, ਜਾਂ ਤੁਹਾਨੂੰ ਜਿਹੜਾ ਹੈ ਕਿਸ ਤਰ੍ਹਾਂ ਦੇ ਫੰਡ ਚਾਹੀਦੇ ਨੇ ਜਾਂ ਨਹੀਂ ਚਾਹੀਦੇ, ਤਾਂ ਮੈਂ ਦੱਸਣਾ ਚਾਹਾਂਗਾ ਕਿ ਦੇਖੋ, ਅਗਰ ਤੁਸੀਂ ਆਸਟ੍ਰੇਲੀਆ, ਕੈਨੇਡਾ, ਯੂਕੇ ਵਾਇਆ ਸਿੰਗਾਪੁਰ ਜਾਣਾ ਚਾਹੁੰਦੇ ਹੋ, ਬਹੁਤ ਸਾਰੇ ਬੱਚੇ ਸਾਡੇ ਇੱਦਾਂ ਦੇ ਹੈਗੇ ਨੇ ਜਿਹੜੇ ਵਿਦਆਊਟ ਆਇਲਟਸ ਜਿਹੜੇ ਹੈਗੇ ਨੇ ਉਹ ਆਸਟ੍ਰੇਲੀਆ ਪਹੁੰਚੇ ਨੇ, ਯੂਕੇ ਪਹੁੰਚੇ ਨੇ, ਔਰ ਕੈਨੇਡਾ ਵੀ ਅਪਲਾਈ ਉਹਨਾਂ ਨੇ ਕੀਤਾ ਹੈ। ਕਿਉਂਕਿ ਅਗਰ ਤੁਹਾਡੀ 2 ਸਾਲ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਇੰਟਰਨੈਸ਼ਨਲ ਹੋ ਜਾਂਦੀ ਹੈ, ਤਾਂ ਤੁਹਾਨੂੰ ਈਜ਼ੀਲੀ ਜਿਹੜਾ ਹੈ ਉਹ ਵੀਜ਼ਾ ਮਿਲ ਜਾਂਦਾ ਹੈ ਵਿਦਆਊਟ ਆਇਲਸ ਉੱਥੇ। ਕਿਉਂਕਿ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ 2 ਸਾਲ ਉੱਥੇ ਇੰਗਲਿਸ਼ ਸਿੱਖਦੇ ਹੋ, ਤਾਂ ਇੰਗਲਿਸ਼ ਅਗਰ ਤੁਸੀਂ ਸਿੱਖਦੇ ਹੋ ਤਾਂ ਉੱਥੇ ਤੁਹਾਨੂੰ ਕਾਫੀ ਚੀਜ਼ਾਂ ਸਮਝ ਆ ਜਾਂਦੀਆਂ ਨੇ, ਅਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਆਫਿਸਰ ਨੂੰ, ਜਿਹੜੇ ਵੀਜ਼ਾ ਆਫਿਸਰ ਹੈਗੇ ਨੇ, ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਬੱਚੇ ਨੇ ਅਗਰ 2 ਸਾਲ ਇਸ ਕੰਟਰੀ ਵਿੱਚ ਇੰਗਲਿਸ਼ ਬੋਲੀ ਹੈ ਤਾਂ ਇਟ ਮੀਨਸ ਕਿ ਉਹ ਕੈਪੇਬਲ ਹੈਗਾ ਹੈ ਕਿ ਉਹ ਕਿਸੇ ਵੀ ਹੋਰ ਕੰਟਰੀ ਵਿੱਚ ਜਿਹੜਾ ਹੈ ਐਡਮਿਸ਼ਨ ਉਹਨੂੰ ਦੇ ਦਈਏ, ਤਾਂ ਕਿ ਉੱਥੇ ਉਹਨੂੰ ਦਿੱਕਤ ਨਹੀਂ ਆਏਗੀ। ਹਾਂਜੀ ਜੀ ਬਿਲकुल। अगर हम सिंगापुर की ਅਸੀਂ ਗੱਲ ਕਰ ਹੀ ਰਹੇ ਹਾਂ ਕਿ ਇੱਥੇ ਜੋ ਹੈ ਸਟੂਡੈਂਟਸ ਅਪਲਾਈ ਕਰਕੇ ਇੱਥੇ ਜੋ ਹੈ ਸ਼ੁਰੂ ਕਰਕੇ ਆਪਣੀ ਸਟੱਡੀ ਅੱਗੋਂ ਜੋ ਹੈ ਆਸਟ੍ਰੇਲੀਆ, ਕੈਨੇਡਾ ਜਾਂ ਯੂਕੇ ਵੱਲ ਜੋ ਹੈ ਜਾ ਸਕਦੇ ਨੇ, ਤਾਂ ਕਿਸ ਤਰੀਕੇ ਦੇ ਕੋਰਸਿਸ ਇੱਥੇ ਵੀ ਕੀ ਰੈਲੀਵੈਂਟ ਕੋਰਸਿਸ ਸਟੂਡੈਂਟਸ ਨੂੰ ਮਿਲ ਸਕਦੇ ਨੇ ਆਪਣੀ ਹਰ ਕੁਆਲੀਫਿਕੇਸ਼ਨ ਦੇ ਨਾਲ ਰਿਲੇਟਡ? ਹਾਂਜੀ ਬਿਲਕੁਲ। ਦੇਖੋ, ਮੈਂ ਅਗਰ ਗੱਲ ਕਰਾਂ ਤਾਂ ਜਿਹੜੇ ਵੀ ਸਟੂਡੈਂਟਸ ਦੇ 60% ਓਵਰਆਲ ਹੈਗੇ ਨੇ, ਔਰ ਉਹ ਆਸਟ੍ਰੇਲੀਆ, ਕੈਨੇਡਾ ਜਾਂ ਕਿਤੇ ਵੀ ਜਾਣਾ ਚਾਹੁੰਦਾ ਹੈ, ਤਾਂ ਉਹਨੂੰ ਇੱਥੇ ਜਿਹੜੀ ਉਹਦੀ ਮੈਂ ਪਹਿਲਾਂ ਫੀਸ ਦੀ ਗੱਲ ਕਰਾਂਗਾ ਕਿ ਅਗਰ ਉਹ ਸਿੰਗਾਪੁਰ ਜਾਣਾ ਚਾਹੁੰਦਾ ਉਹਦੀ ਫੀਸ ਹੈਗੀ ਹੈ ਕੋਈ 10 ਤੋਂ 12,000 ਡਾਲਰ, ਸਿੰਗਾਪੁਰ ਡਾਲਰ ਦੇ ਵਿੱਚ। ਪਹਿਲਾ ਸਾਲ ਜਿਹੜਾ ਪਹਿਲਾ ਡਿਪਲੋਮਾ ਹੈਗਾ ਤੁਹਾਡਾ ਉਹ ਇਕੁਅਲ ਟੂ ਆਸਟ੍ਰੇਲੀਅਨ, ਕੈਨੇਡੀਅਨ, ਯੂਕੇ ਯੂਨੀਵਰਸਿਟੀ ਦੇ ਇਕੁਅਲ ਟੂ ਫਸਟ ਈਅਰ ਦੇ ਬਰਾਬਰ ਹੈ। ਤੇ ਜਦੋਂ ਵੀ ਤੁਸੀਂ ਇੱਥੇ ਫਸਟ ਈਅਰ ਡਿਪਲੋਮਾ ਤੁਸੀਂ ਇੱਥੇ ਸਿੰਗਾਪੁਰ ਕੰਪਲੀਟ ਕਰੋਗੇ ਤਾਂ ਤੁਹਾਨੂੰ ਨੈਕਸਟ ਈਅਰ ਜਿਹੜੀ ਸਟੱਡੀ ਹੈਗੀ ਆ ਉਹ ਡਾਇਰੈਕਟਲੀ ਜਿਹੜੀ ਆ ਉੱਥੇ ਮਿਲੇਗੀ ਸੈਕੰਡ ਈਅਰ ਦੇ ਵਿੱਚ। ਤੇ ਕੋਰਸਿਸ ਸਾਰੇ ਅਵੇਲੇਬਲ ਹੈਗੇ ਨੇ। ਤੁਸੀਂ ਬਿਜ਼ਨਸ ਜਾਣਾ ਚਾਹੁੰਦੇ ਹੋ, ਤੁਸੀਂ ਟੈਕਨੀਕਲ ਕੋਰਸਿਸ ਜਾਣਾ ਚਾਹੁੰਦੇ ਹੋ, ਤੁਸੀਂ ਨਰਸਿੰਗ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਕੋਰਸ ਕਰਨਾ ਚਾਹੁੰਦੇ ਹੋ, ਉਹ ਇਹ ਸਾਰੀਆਂ ਯੂਨੀਵਰਸਿਟੀਜ਼, ਕਾਲਜ ਜਿਹੜੇ ਹੈਗੇ ਨੇ ਤੁਹਾਨੂੰ ਉਹ ਕੋਰਸ ਦੇਣਗੇ ਔਰ ਉਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਤੁਸੀਂ ਸਿਰਫ ਪੜ੍ਹਨਾ ਹੈ। ਸਿੰਗਾਪੁਰ ਨੂੰ ਇਹ ਨਾ ਸੋਚੋ ਕਿ ਤੁਸੀਂ ਉੱਥੇ ਜਾ ਕੇ ਕਮਾਉਣਾ ਹੈ। ਤੁਸੀਂ ਦੇਖੋ ਪੜ੍ਹਾਈ ਦੇ ਨਾਲ ਨਾਲ ਕੰਮ ਜਿਹੜੀ ਆ ਉੱਥੇ ਅਲਾਊਡ ਨਹੀਂ ਹੈਗਾ ਐਕਚੁਅਲ ਦੇ ਵਿੱਚ, ਠੀਕ ਹੈ। ਕਿਉਂਕਿ ਸਾਡੇ ਬੱਚਿਆਂ ਨੂੰ ਅਗਰ ਸਿੰਗਾਪੁਰ ਦੀ ਗੱਲ ਕੀਤੀ ਜਾਵੇ ਤਾਂ ਉਹ ਇਹੀ ਸਮਝਦੇ ਨੇ ਕਿ ਪਹਿਲੇ 6 ਮਹੀਨੇ ਪੜ੍ਹਨਾ ਹੈ ਅਤੇ ਅਗਲੇ 6 ਮਹੀਨੇ ਜਿਹੜਾ ਹੈ ਉਹ ਅਸੀਂ ਜੌਬ ਕਰਨੀ ਹੈ, ਬਟ ਉਸ ਤੋਂ ਬਾਅਦ ਤੁਸੀਂ ਵਾਪਸ ਘਰ ਆਓਗੇ। ਇਹ ਮੈਂ ਬਹੁਤ ਸਾਰੇ ਸਟੂਡੈਂਟ ਨੂੰ ਜਾਣਦਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ 99% ਬੱਚੇ ਜਿਹੜੇ ਨੇ ਉਹ ਵਾਪਸ ਹੀ ਆਉਂਦੇ ਨੇ। ਕੋਈ ਇੱਕ ਅੱਧਾ ਹੀ ਬੱਚਾ ਹੁੰਦਾ ਜਿਹੜਾ 1 ਸਾਲ ਤੋਂ ਬਾਅਦ ਉੱਥੇ ਸਟੇ ਕਰ ਪਾਏ ਜਾਂ ਉਹਨੂੰ ਉੱਥੇ ਕੋਈ ਅੱਗੇ ਪ੍ਰੋਫੈਸ਼ਨਲ ਕੁਛ ਮਿਲ ਗਿਆ ਹੋਵੇ, ਅਦਰਵਾਈਜ਼ ਉਹਨੂੰ ਅੱਗੇ ਸਟੱਡੀ ਲੈਣੀ ਪੈ ਗਈ। ਤਾਂ ਉਹਦੇ ਨਾਲ ਜ਼ਿਆਦਾ ਵਧੀਆ ਹੈ ਕਿ ਅਗਰ ਤੁਸੀਂ 1 ਸਾਲ ਦਾ ਬਜਟ ਆਪਣੇ ਕੋਲ ਲੈ ਕੇ ਜਾਂਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਉਸ ਯੂਨੀਵਰਸਿਟੀ ਦੀ ਫੀਸ ਪੇ ਕਰਦੇ ਹੋ ਨੈਕਸਟ ਈਅਰ ਦੀ, ਬੇਸ਼ੱਕ ਤੁਸੀਂ ਆਸਟ੍ਰੇਲੀਆ ਜਾਣਾ ਹੈ, ਕੈਨੇਡਾ, ਜਿੱਥੇ ਵੀ ਜਾਣਾ ਹੈ, ਤਾਂ ਉੱਥੇ ਜਿਹੜਾ ਤੁਹਾਡਾ ਫਿਊਚਰ ਬਣ ਸਕਦਾ ਹੈ। ਤੁਹਾਨੂੰ ਉੱਥੇ ਜਾਂਦਿਆਂ ਹੀ ਤੁਹਾਨੂੰ ਸੇਮ ਬੈਨੀਫਿਟਸ ਮਿਲਣਗੇ ਜਿਹੜੇ ਤੁਸੀਂ ਡਾਇਰੈਕਟ ਸਟੂਡੈਂਟ ਦੇ ਟਾਈਮ ਤੁਹਾਨੂੰ ਮਿਲ ਸਕਦੇ ਨੇ। ਉੱਥੇ ਤੁਹਾਨੂੰ ਵਰਕ ਪਰਮਿਟ ਵੀ ਮਿਲੇਗਾ, ਤੁਸੀਂ ਪੀਆਰ ਦੇ ਲਈ ਐਲੀਜੀਬਲ ਹੋਵੋਗੇ,
ਈਵਨ ਕਿ ਅਗਰ ਤੁਸੀਂ ਉੱਥੇ ਵੀ ਕੰਟੀਨਿਊ ਕਰਦੇ ਹੋ ਸਟੱਡੀ ਔਰ ਲਾਸਟ ਈਅਰ ਤੁਸੀਂ ਇਹਨਾਂ ਕੰਟਰੀਜ਼ ਦੇ ਵਿੱਚ ਲੈਂਦੇ ਹੋ ਤਾਂ ਵੀ ਤੁਹਾਨੂੰ ਫੁੱਲ ਟਾਈਮ ਵਰਕ ਪਰਮਿਟ ਉਹੀ ਮਿਲੇਗਾ ਜੋ ਤੁਹਾਨੂੰ ਦੂਸਰੀ ਕੰਟਰੀਜ਼ ਦੇ ਵਿੱਚ ਮਿਲ ਰਿਹਾ। ਜੀ ਜੀ ਜੀ, ਯਾਨੀ ਕਿ ਇਹ ਖਾਸ ਗੱਲਾਂ ਕੁਝ ਹੈ ਜਿਸ ਦਾ ਧਿਆਨ ਸਟੂਡੈਂਟਸ ਨੂੰ ਨਾਲ ਰੱਖਣਾ ਪੈਂਦਾ ਹੈ ਕਿ ਅਗਰ ਤੁਸੀਂ ਸਿੰਗਾਪੁਰ ਲਈ ਅਪਲਾਈ ਕਰ ਰਹੇ ਹੋ, ਕਿਉਂਕਿ ਅਗਰ ਰੂਲਸ ਅਕੋਰਡਿੰਗਲੀ ਹੀ ਚੱਲੋਗੇ ਜਿਸ ਕੰਟਰੀ ਵਿੱਚ ਚੱਲਦੇ ਜਾ ਰਹੇ ਹੋ ਤੁਸੀਂ, ਤਾਂ ਹੀ ਜੋ ਹੈ ਤੁਹਾਨੂੰ ਲੌਂਗ ਟਰਮ ਬੈਨੀਫਿਟ ਮਿਲ ਸਕਦੇ। ਕਈ ਸਟੂਡੈਂਟਸ ਵਾਕਈ ਗੱਲ ਹੁੰਦੀ ਹੈ ਕਿ ਕੁਝ ਥੋੜੇ ਬਹੁਤੇ ਛੋਟੇ-ਮੋਟੇ ਫਾਇਦੇ ਦੇ ਲਈ ਜੋ ਹੈ ਰੂਲਸ ਤੋਂ ਬਾਹਰ ਨਿਕਲ ਜਾਂਦੇ ਨੇ ਤੇ ਜਿਸ ਕਰਕੇ ਉਹਨਾਂ ਦੀ ਗਲਤੀ ਦਾ ਜੋ ਖਾਮਿਆਜ਼ਾ ਉਹਨਾਂ ਨੂੰ ਆਪਣਾ ਲਾਈਫ ਲੌਂਗ ਭੁਗਤਣਾ ਪੈਂਦਾ ਹੈ। ਸੋ ਇਸ ਲਈ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾਂਦਾ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਹੋਰ ਜ਼ਰੂਰ ਸਿੰਗਾਪੁਰ ਜਿਹੜੇ ਕਿ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਕਦੋਂ ਅਪਲਾਈ ਕਰ ਸਕਦੇ ਨੇ ਤੇ ਫੰਡਸ ਨੂੰ ਲੈ ਕੇ ਵੀ ਕਿ ਕਿੰਨਾ ਸ਼ੋਅ ਕਰਨਾ ਉਹ ਵੀ ਥੋੜਾ ਬਰੀਫ ਕਰ ਦਿਓ ਤਾਂ ਕਿ ਸਟੂਡੈਂਟਸ ਜਿਹੜੇ ਸ਼ੋਅ ਦੇਖ ਰਹੇ ਨੇ ਉਹ ਥੋੜਾ ਹੋਰ ਆਪਣਾ ਮਾਈਂਡ ਜੋ ਹੈ ਕਲੀਅਰ ਕਰ ਸਕਣ। ਬਿਲਕੁਲ ਦੇਖੋ ਜੀ, ਮੈਂ ਅਗਰ ਫੰਡਸ ਦੀ ਗੱਲ ਕਰਾਂ ਤਾਂ ਤੁਸੀਂ ਜਿਹੜਾ ਹੈ 10 ਲੱਖ ਜਿਹੜਾ ਰੁਪਇਆ ਹੈ ਉਹ ਤੁਸੀਂ ਆਪਣੇ ਅਕਾਊਂਟ ਵਿੱਚ ਬੇਸ਼ੱਕ ਇੱਕ ਦਿਨ ਪੁਰਾਣਾ ਹੋਵੇ ਉਹਦੀ ਸਟੇਟਮੈਂਟ ਤੁਸੀਂ ਦੇ ਸਕਦੇ ਹੋ ਔਰ ਉਸ ਤੋਂ ਬਾਅਦ ਜਿਹੜਾ ਹੈ ਤੁਹਾਡੀ ਐਡਮਿਸ਼ਨ ਆ ਜਾਏਗੀ। ਐਡਮਿਸ਼ਨ ਤੋਂ ਬਾਅਦ ਤੁਸੀਂ ਸਿੰਗਾਪੁਰ ਜਿਹੜਾ ਡਾਇਰੈਕਟਲੀ ਹੀ ਤੁਸੀਂ ਇੱਥੇ ਐਮਬੈਸੀ ਨਹੀਂ ਜਾਣਾ, ਯੂਨੀਵਰਸਿਟੀ ਜਿਹੜਾ ਕਾਲਜ ਹੈ ਸਾਡਾ ਇਹ ਡਾਇਰੈਕਟਲੀ ਹੀ ਅਪਲਾਈ ਕਰੇਗਾ ਉੱਥੇ ਔਰ ਉੱਥੋਂ ਹੀ ਵੀਜ਼ਾ ਲੱਗ ਕੇ ਤੁਹਾਡਾ ਆਏਗਾ। ਉੱਥੋਂ ਵੀਜ਼ਾ ਲੱਗ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਟਰੈਵਲ ਕਰ ਸਕਦੇ ਹੋ। ਦੇਖੋ ਅੱਜ ਦੀ ਡੇਟ ਦੇ ਵਿੱਚ ਕੁਆਰੰਟਾਈਨ ਦੇ ਲਈ ਜਿਹੜਾ ਹੈ ਤੁਹਾਨੂੰ ਅਲੱਗ ਤੋਂ ਪੇਮੈਂਟ ਕਰਨੀ ਪੈਂਦੀ ਹੈ, ਬਟ ਜੇ ਅਸੀਂ ਜਿਹੜਾ ਅੱਗੇ ਮਾਰਚ ਦੀ ਗੱਲ ਕਰ ਰਹੇ ਹਾਂ ਕਿ ਹੁਣ ਜਿਹੜਾ ਨੈਕਸਟ ਇਨਟੇਕ ਮਾਰਚ ਹੈ, ਅਗਰ ਉਸ ਟਾਈਮ ਤੱਕ ਕੁਛ ਅੱਛੀ ਮੈਡੀਸਨ ਆ ਜਾਂਦੀ ਹੈ ਜਾਂ ਕੁਛ ਵੀ ਪੋਸੀਬਲ ਹੋ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਹ ਕੁਆਰੰਟਾਈਨ ਪੀਰੀਅਡ ਜਿਹੜਾ ਉਹ ਹਟ ਜਾਵੇ ਜਾਂ ਨਾ ਜ਼ਰੂਰਤ ਪਵੇ। ਅਦਰਵਾਈਜ਼ ਸਿੰਗਾਪੁਰ ਦੀ ਜਿਹੜੀ ਪਾਲਿਸੀ ਹੈ ਇਸ ਟਾਈਮ ਉਹ $2000 ਤੁਹਾਨੂੰ ਨਾਲ ਲੈ ਕੇ ਆਉਣੇ ਪੈਣੇ ਆ। ਉਹ $2000  'ਚ ਤੁਹਾਨੂੰ ਇੱਕ ਹੋਟਲ ਦਿੱਤਾ ਜਾਏਗਾ ਜਿੱਥੇ ਤੁਸੀਂ 14-15 ਡੇਜ਼ ਦੇ ਵਿੱਚ ਰਹੋਗੇ ਵੀ, ਖਾਓ ਪੀਓਗੇ, ਸਾਰਾ ਕੁਝ ਉੱਥੇ ਹੀ ਹੋਏਗਾ। ਤਾਂ ਇਸ ਕਰਕੇ ਹਜੇ ਇਹ ਥੋੜਾ $2000 ਦਾ ਹੈ। ਅਦਰਵਾਈਜ਼ ਤੁਸੀਂ ਜਿਹੜਾ ਹੈ ਆਪਣਾ ਡਾਇਰੈਕਟਲੀ ਜਾ ਸਕਦੇ ਹੋ ਕਾਲਜ ਦੇ ਵਿੱਚ ਐਂਡ ਉਸ ਤੋਂ ਬਾਅਦ ਤੁਸੀਂ ਆਪਣੀ ਟਰਾਂਸਫਰ ਲੈ ਕੇ ਕਿਤੇ ਵੀ ਪੜ੍ਹਨ ਜਾ ਸਕਦੇ ਹੋ। ਜਿਹੜੇ ਵੀ ਬੱਚਿਆਂ ਨੂੰ ਲੱਗਦਾ ਹੈ ਕਿ ਸਾਡੇ 'ਚ ਕਾਬਲੀਅਤ ਹੈਗੀ ਹੈ, ਅਸੀਂ ਫਸਟ ਈਅਰ ਉੱਥੇ ਪ੍ਰੋਪਰ ਪੜ੍ਹ ਕੇ ਕੰਪਲੀਟ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਨੂੰ ਮੂਵ ਹੋਣਾ ਈਜ਼ੀ ਹੋ ਜਾਏਗਾ। ਤੁਸੀਂ ਕਈ ਬੱਚਿਆਂ ਦੇ ਸੁਪਨੇ ਟੁੱਟ ਜਾਂਦੇ ਨੇ ਜਿਨ੍ਹਾਂ ਨੇ ਕੁਝ ਨੰਬਰਸ ਕਰਕੇ, ਕੁਝ ਆਇਲਸ ਕਰਕੇ, ਕੁਝ ਰਿਫਿਊਜ਼ਲ ਕਰਕੇ, ਤਾਂ ਉਹ ਸਾਰੇ ਬੱਚਿਆਂ ਦਾ ਸੁਪਨਾ ਜਿਹੜਾ ਇਹਨਾਂ ਕੰਟਰੀ ਵਿੱਚ ਪਹੁੰਚਣ ਦਾ ਸਾਕਾਰ ਹੋ ਸਕਦਾ ਹੈ ਅਗਰ ਤੁਸੀਂ ਸਾਡੇ ਇਸ ਕਾਲਜ ਦੇ ਵਿੱਚ ਅਪਲਾਈ ਕਰਦੇ ਹੋ। ਤੁਸੀਂ ਇੱਥੇ ਅਪਲਾਈ ਕਰਕੇ ਜਿਹੜਾ ਹੈ ਅੱਗੇ ਟਰਾਂਸਫਰ ਲੈ ਲੈਂਦੇ ਹੋ ਤਾਂ ਜੀ 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 ਬਿਲਕੁਲ। ਤੇ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਪਹੁੰਚਾ ਰਹੇ ਹਾਂ, ਪਰ ਫਿਰ ਵੀ ਕੋਈ ਸਵਾਲ ਅਗਰ ਤੁਹਾਡੇ ਮਨ ਵਿੱਚ ਰਹਿ ਗਿਆ ਤਾਂ ਸਕਰੀਨ ਤੇ ਜੋ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਉੱਪਰ ਕਾਲ ਕਰਕੇ ਵੀ ਤੁਸੀਂ ਹਰ ਚੀਜ਼ ਜੋ ਹੈ ਕਲੀਅਰ ਕਰ ਸਕਦੇ ਹੋ। ਤੇ ਇੱਥੇ ਮੈਂ ਇਹ ਵੀ ਜਾਣਨਾ ਚਾਹੂੰਗੀ ਤੁਹਾਡੇ ਕੋਲ ਕਈ ਤਰ੍ਹਾਂ ਦੇ ਸਟੂਡੈਂਟਸ ਆਉਂਦੇ ਨੇ ਤੇ ਜਿਵੇਂ ਕਿ ਤੁਸੀਂ ਇਹ ਆਪਸ਼ਨਸ ਦੀ ਗੱਲ ਕੀਤੀ ਹੈ ਤੇ ਕਿੰਨੇ ਕੁ ਸਟੂਡੈਂਟਸ ਜੋ ਹੈ ਹੁਣ ਅੱਜ ਦੀ ਡੇਟ ਵਿੱਚ ਰੁਝਾਨ ਮੈਂ ਜਾਣਨਾ ਚਾਹੂੰਗੀ ਸਟੂਡੈਂਟਸ ਦਾ, ਕਿਉਂਕਿ ਕਈ ਤਰ੍ਹਾਂ ਦੀ ਦਿੱਕਤ ਜੋ ਹੈ ਕਈ ਕੇਸਿਸ ਹੁੰਦੇ ਆ, ਕਈ ਸਟੂਡੈਂਟਸ ਅਪਲਾਈ ਕਰ ਰਹੇ ਨੇ, ਕਈਆਂ ਦੇ ਰਿਫਿਊਜ਼ਲ ਹੈ, ਕਈਆਂ ਦੀ ਆਇਲਸ ਨਹੀਂ ਕਲੀਅਰ ਹੋ ਰਹੀ। ਸੋ ਕਿੰਨਾ ਕੁ ਰੁਝਾਨ ਅਸੀਂ ਹੁਣ ਦੇਖ ਪਾ ਰਹੇ ਹਾਂ ਕਿ ਸਟੂਡੈਂਟ ਇਸ ਤਰੀਕੇ ਦੇ ਪਾਥਵੇ ਪ੍ਰੋਗਰਾਮਸ ਵਿੱਚ ਵੀ ਆ ਰਹੇ ਨੇ? ਬਿਲਕੁਲ ਜੀ, ਦੇਖੋ ਅੱਜ ਦੀ ਡੇਟ ਦੀ ਮੈਂ ਗੱਲ ਕਰਾਂ ਤੇ ਡਿਊ ਟੂ ਕੋਵਿਡ ਦੇ ਕਰਕੇ ਬਹੁਤ ਸਾਰੀ ਦਿੱਕਤ ਆ ਰਹੀ ਹੈ ਆਪਾਂ ਨੂੰ ਆਇਲਸ ਦੀ ਕਲਾਸਿਸ ਦੇ ਲਈ ਜਾਂ ਆਇਲਸ ਦੇ ਐਗਜ਼ਾਮ ਦੇ ਲਈ, ਜਾਂ ਸਟੂਡੈਂਟ ਜਿਹੜਾ ਹੈ ਉਹ ਆਇਲਸ ਨਹੀਂ ਕਰ ਪਾ ਰਿਹਾ ਤੇ ਕੁਝ UK 'ਚੋਂ ਰੈਗੂਲਰ ਰਿਫਿਊਜ਼ਲ ਦੇ ਕਰਕੇ। ਤਾਂ ਇਹ ਬਹੁਤ ਸਾਰੇ ਸਟੂਡੈਂਟਸ ਆ ਰਹੇ ਨੇ ਜਿਹੜੇ ਇਹ ਪਾਥਵੇ ਲੈਣਾ ਚਾਹੁੰਦੇ ਨੇ ਜਾਂ ਜਿਹੜੇ ਐਲੀਜੀਬਲ ਡਾਇਰੈਕਟਲੀ ਨਹੀਂ ਹੈਗੇ। ਤਾਂ ਇਸ ਕਰਕੇ ਮੈਂ ਈਵਨ ਕਿ ਮੇਰੀ ਪਰਸੋਂ ਹੀ ਗੱਲ ਕਿਸੇ ਸਟੂਡੈਂਟ ਨਾਲ ਹੋ ਰਹੀ ਸੀ, ਉਹਨੇ 1 ਸਾਲ ਇਸ ਕਾਲਜ ਦੇ ਵਿੱਚ ਲਗਾਇਆ, ਉਸ ਤੋਂ ਬਾਅਦ ਉਹ ਇੱਕ ਨਿਊਜ਼ੀਲੈਂਡ ਦੀ ਯੂਨੀਵਰਸਿਟੀ ਵਿੱਚ ਡਾਇਰੈਕਟਲੀ ਟਰਾਂਸਫਰ ਹੋਇਆ ਔਰ ਉੱਥੇ ਉਹਨੂੰ ਬਹੁਤ ਹੀ ਵਧੀਆ ਕੰਪਨੀ ਵਿੱਚ ਜੌਬ ਮਿਲੀ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ। ਤਾਂ ਮੈਨੂੰ ਵੀ ਮਤਲਬ ਇੱਕ ਪੋਜ਼ਿਟਿਵ ਵਾਈਬਸ ਆਈਆਂ ਕਿ ਠੀਕ ਹੈ, ਅਗਰ ਅਸੀਂ ਸਟੂਡੈਂਟਸ ਨੂੰ ਡਾਇਰੈਕਟਲੀ ਇਸ ਤਰੀਕੇ ਦਾ ਆਪਸ਼ਨ ਦੇ ਰਹੇ ਹਾਂ ਤਾਂ ਇਟ ਮੀਨਸ ਕਿ ਤੁਸੀਂ ਜਿਹੜਾ ਹੈ ਇੱਕ ਵਧੀਆ ਫਿਊਚਰ ਦੇ ਵੱਲ ਕਿਸੇ ਸਟੂਡੈਂਟਸ ਨੂੰ ਭੇਜ ਰਹੇ ਹੋ। ਸਾਨੂੰ ਆਪਣੇ ਆਪ ਨੂੰ ਕੌਨਫੀਡੈਂਸ ਆਉਂਦਾ ਹੈ ਕਿ ਅਸੀਂ ਇੱਕ ਅੱਛਾ ਕੰਮ ਕਰ ਰਹੇ ਹਾਂ। ਤਾਂ ਇਸ ਕਰਕੇ ਉਹਨਾਂ ਸਾਰੇ ਸਟੂਡੈਂਟਸ ਲਈ ਮੈਂ ਕਹਾਂਗਾ ਕਿ ਬਹੁਤ ਵਧੀਆ ਮੌਕਾ ਹੈ। ਅਗਰ ਤੁਹਾਡਾ ਡ੍ਰੀਮ ਡੈਸਟੀਨੇਸ਼ਨ ਕੈਨੇਡਾ, ਆਸਟ੍ਰੇਲੀਆ ਜਾਂ UK ਹੈ, ਤੁਸੀਂ ਉੱਥੇ ਪੜ੍ਹਨਾ ਚਾਹੁੰਦੇ ਹੋ ਬਟ ਕਿਸੇ ਵਜ੍ਹਾ ਕਰਕੇ ਤੁਸੀਂ ਨਹੀਂ ਜਾ ਪਾ ਰਹੇ ਹੋ, ਤਾਂ ਤੁਸੀਂ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰੋ ਤਾਂ ਕਿ ਤੁਸੀਂ ਵਾਇਆ ਸਿੰਗਾਪੁਰ ਜਿਹੜਾ ਹੈ ਉੱਥੋਂ ਟਰਾਂਸਫਰ ਲੈ ਪਾਓ। ਔਰ ਅੱਜ ਕੱਲ੍ਹ ਬਹੁਤ ਬੱਚੇ ਉੱਥੋਂ ਟਰਾਂਸਫਰ ਲੈ ਰਹੇ ਨੇ। ਜੀ ਬਿਲਕੁਲ। ਤੇ ਤੁਹਾਨੂੰ ਹੁਣ ਉਹਨਾਂ ਸਟੂਡੈਂਟਸ ਨਾਲ ਵੀ ਮਿਲਵਾਉਂਦੇ ਆ ਜਿਹੜੇ ਸਟੂਡੈਂਟਸ ਜੋ ਹੈ ਈਜ਼ੀ ਵੇ ਕੰਸਲਟੈਂਸੀ ਥਰੂ ਆਪਣਾ ਵੀਜ਼ਾ ਲਗਵਾ ਕੇ ਬਹੁਤ ਹੀ ਖੁਸ਼ੀ ਆਪਣੀ ਮੰਜ਼ਿਲ ਤੇ ਪਹੁੰਚਣ ਵਾਲੇ ਨੇ। ਤੇ ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ, ਕਿਵੇਂ ਦਾ ਉਹਨਾਂ ਦਾ ਤਜਰਬਾ ਰਿਹਾ, ਤੁਸੀਂ ਸੁਣੋ ਉਹਨਾਂ ਦੀ ਹੀ ਜ਼ੁਬਾਨੀ। ਮੇਰਾ ਨਾਮ ਅਨਮੋਲ ਹੈ, ਮੈਂ ਤਰਨਤਾਰਨ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਆਪਣਾ UK ਸਟੱਡੀ ਵੀਜ਼ਾ ਚੰਡੀਗੜ੍ਹ ਸੈਕਟਰ 17 ਸੀ ਈਜ਼ੀ ਵੀਜ਼ੇ ਕੰਸਲਟੈਂਸੀ ਤੋਂ ਲਗਵਾਇਆ ਸੀ। ਇਹਨਾਂ ਮੇਰਾ ਵੀਜ਼ਾ ਮੈਨੂੰ 14 ਦਿਨਾਂ ਦੇ ਵਿੱਚ ਲਿਆ ਕੇ ਦਿੱਤਾ। ਇਹਨਾਂ ਨਾਲ ਐਕਸਪੀਰੀਅੰਸ ਮੇਰਾ ਬਹੁਤ ਹੀ ਵਧੀਆ ਰਿਹਾ। ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ, ਮੈਂ ਆਪਣੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਨੇ। ਐਂਡ ਅਗਰ ਤੁਹਾਡਾ ਵੀ ਡ੍ਰੀਮ ਹੈ UK ਜਾਣ ਦਾ, ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਐਂਡ ਆਪਣਾ UK ਵੀਜ਼ਾ ਅਪਲਾਈ ਕਰੋ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ।
ਮੇਰਾ ਨਾਮ ਅਰਸ਼ਦੀਪ ਸਿੰਘ ਹੈ ਤੇ ਮੈਂ ਬਰਨਾਲਾ ਜ਼ਿਲ੍ਹਾ ਤੋਂ ਬਿਲੋਂਗ ਕਰਦਾ ਹਾਂ। ਅੱਜ ਮੇਰਾ ਈਜ਼ੀ ਵੇ ਕੰਸਲਟੈਂਸੀ ਥਰੂ ਵੀਜ਼ਾ ਆਇਆਗਾ ਤੇ ਮੈਂ ਇੱਥੇ ਆਪਣੇ ਫਰੈਂਡ ਦੀ ਰੈਫਰੈਂਸ ਨਾਲ ਆਇਆ ਸੀਗਾ ਤੇ ਮੈਂ ਪਹਿਲਾਂ ਕੈਨੇਡਾ ਤੋਂ 2 ਟਾਈਮ ਰਿਫਿਊਜ਼ ਆਗਾ ਤੇ ਮੈਂ ਸੁਜੈਸਟ ਕਰਦਾਂਗਾ ਤੁਸੀਂ ਵੀ ਇੱਥੇ ਇੱਕ ਵਾਰ ਵਿਜ਼ਿਟ ਕਰੋ ਤੇ ਇਹਨਾਂ ਨਾਲ ਕੰਸਲਟ ਕਰੋ। ਜੀ ਤਾਂ ਹੁਣੇ ਤੁਸੀਂ ਸੁਣਿਆ ਜੀ ਇਹਨਾਂ ਸਟੂਡੈਂਟਸ ਦਾ ਤਜਰਬਾ ਤੇ ਬਹੁਤ ਖੁਸ਼ ਨੇ ਅੱਜ ਦੇ ਟਾਈਮ ਦੇ ਵਿੱਚੋਂ ਕਿ ਉਹਨਾਂ ਦਾ ਵੀਜ਼ਾ ਜੋ ਹੈ ਲੱਗ ਗਿਆ ਹੈ ਤੇ ਹੁਣ ਬਹੁਤ ਜਲਦੀ ਆਪਣੇ ਸੁਪਨਿਆਂ ਦੀ ਮੰਜ਼ਿਲ ਤੇ ਪਹੁੰਚਣ ਵਾਲੇ ਨੇ। ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਲਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।